ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਪਡੇਟ ਨਾਰਥ ਅਮਰੀਕਾ। ਪੰਜਾਬ ਮੇਲ ਵੱਲੋਂ ਇਹ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਅਸੀਂ ਤੁਹਾਨੂੰ ਸਥਾਨਕ ਰਾਜਨੀਤੀ, ਸਥਾਨਕ ਨਵੇਂ ਕੋਈ ਅਪਡੇਟਸ ਹੁੰਦੇ ਆ ਇਮੀਗ੍ਰੇਸ਼ਨ ਬਾਬਤ ਜਾਂ ਨਵੇਂ ਕਾਨੂੰਨ, ਨਵੇਂ ਰੂਲ, ਸਾਡੇ ਬਾਈਡਨ ਸਾਹਿਬ ਜਾਂ ਜਿਹੜੇ ਸਾਡੇ, ਕਿਉਂਕਿ ਉਹ ਇੱਥੋਂ ਦੇ ਪ੍ਰੈਜ਼ੀਡੈਂਟ ਆ, ਉਹਨਾਂ ਨੇ ਕੀ ਨਵਾਂ ਅਮੈਂਡਮੈਂਟ ਕੀਤਾ, ਜਾਂ ਨਾਲ ਲੱਗਦੇ ਕੰਟਰੀ ਜਿੱਥੇ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਨਵੀਂ ਗੱਲਬਾਤ ਕੀ ਕੀਤੀ ਆ ਅੱਜ ਕੱਲ੍ਹ, ਕਿਉਂਕਿ ਇਲੈਕਸ਼ਨਾਂ ਚੱਲ ਰਹੀਆਂ ਅਮਰੀਕਾ ਵਿੱਚ। ਉਹਦੇ ਬਾਰੇ ਅਸੀਂ ਅੱਜ ਡਿਸਕਸ਼ਨ ਕਰਾਂਗੇ। ਕੁਝ ਹੋਰ ਅਪਡੇਟਸ ਵੀ ਲੈ ਕੇ ਆਏ ਆ। ਸਾਡੇ ਅੱਜ ਵਿਸ਼ੇਸ਼ ਗੈਸਟ ਜਿਹੜੇ ਹੈਗੇ ਆ ਉਹ ਬਹਾਦਰ ਸਿੰਘ ਵਿਰਕ ਬੇਕਰਸਫੀਲਡ ਤੋਂ ਆ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਬੌਬ ਵਿਰਕ ਵਜੋਂ ਜਾਣਦੇ ਆ। ਉਹ ਸਾਡੇ ਸਟੂਡੀਓ ਵਿੱਚ ਹਾਜ਼ਰ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਜੀ। ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਨਵਾਈਟ ਭੇਜਿਆ ਅਤੇ ਅਸੀਂ ਤੁਹਾਡੇ ਸਟੂਡੀਓ ਵਿੱਚ ਪਹੁੰਚ ਸਕੇ। ਪੰਜਾਬ ਮੇਲ TV USA ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਤੁਸੀਂ ਨਾਰਥ ਅਮਰੀਕਾ ਦੇ ਅਪਡੇਟਸ ਵਾਸਤੇ ਮੈਨੂੰ ਬੁਲਾਇਆ, ਉਹਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੈਨੂੰ ਆਪਣੇ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਮੌਕਾ ਮਿਲ ਰਿਹਾ ਜੀ। ਵਿਰਕ ਸਾਹਿਬ, ਗੱਲ ਇਹ ਆ ਕਿ ਤੁਸੀਂ ਬਹੁਤ ਲੰਬੇ ਸਮੇਂ ਤੋਂ ਅਮਰੀਕਾ ਰਹਿ ਰਹੇ ਹੋ। ਮੇਰੇ ਖਿਆਲ 40 ਸਾਲ ਤੋਂ ਵੱਧ ਹੋ ਗਏ। 40 ਸਾਲ ਤੋਂ ਵੱਧ ਹੋ ਗਏ ਸਾਨੂੰ। ਤੁਹਾਡੀ ਜਿਹੜੀ ਐਜੂਕੇਸ਼ਨ ਆ ਉਹ ਵੀ ਮੇਰੇ ਖਿਆਲ ਇੱਥੋਂ ਹੀ ਆ, ਸਾਰੀ ਅਮਰੀਕਾ ਦੀ ਬਿਲਕੁਲ ਜੀ, ਸਾਰੀ ਅਮਰੀਕਾ ਦੀ। ਤੁਸੀਂ ਬਹੁਤ ਨੇੜੇ ਹੋ ਕੇ ਸਾਰਾ ਕੁਛ ਦੇਖਿਆ, ਕਿਉਂਕਿ ਤੁਸੀਂ ਆਪ ਬਹੁਤ ਸਰਗਰਮੀਆਂ 'ਚ ਹਿੱਸਾ ਲੈਂਦੇ ਹੋ। ਬਿਲਕੁਲ ਜੀ। ਅਤੇ ਤੁਹਾਨੂੰ ਪਤਾ ਕਿ ਰਾਜਨੀਤੀ ਇੱਥੋਂ ਦੀ ਕਿਵੇਂ ਚੱਲਦੀ ਆ, ਕੀ ਹੁੰਦਾ, ਸਾਰਾ ਸਿਸਟਮ ਕੀ ਆ। ਬਿਲਕੁਲ ਜੀ। ਜਿਹੜੀਆਂ ਰਾਜਨੀਤੀਆਂ, ਪਹਿਲਾਂ ਤਾਂ ਸਾਨੂੰ ਜਿਹੜੇ ਆਪਣੇ ਬੱਚੇ ਆ ਇਹਨਾਂ ਨੂੰ ਜ਼ਰੂਰ ਇਹਦੇ ਵਿੱਚ ਇਨਵੋਲਵ ਕਰਨਾ ਚਾਹੀਦਾ, ਕਿਉਂਕਿ ਆਪਣੇ ਪੰਜਾਬੀ ਬਹੁਤ ਘੱਟ ਲੋਕ ਇਹਦੇ 'ਚ ਐਂਟਰ ਹੋ ਰਹੇ ਆ। ਪਹਿਲੀ ਗੱਲ ਤਾਂ ਮੈਨੂੰ ਲੱਗਦਾ ਉਹਨਾਂ ਕੋਲ ਕਾਨਫੀਡੈਂਸ ਲੈਵਲ ਨਹੀਂ ਹੈਗਾ। ਉਹਨਾਂ ਨੂੰ ਕਾਨਫੀਡੈਂਸ ਲੈਵਲ ਆਪਣਾ ਜ਼ਰੂਰ ਵਧਾਉਣਾ ਚਾਹੀਦਾ, ਅਤੇ ਜਿਹੜੇ ਇਹ ਇਲੈਕਸ਼ਨਾਂ ਦੇ ਵਿੱਚ ਹਿੱਸਾ ਵੀ ਲੈਣਾ ਚਾਹੀਦਾ। ਕਾਫੀ ਕੁਛ ਵਧੀਆ ਹੋ ਰਿਹਾ। ਜਿਵੇਂ ਮੈਂ ਥੋੜਾ ਟਾਈਮ ਦੇਖ ਰਿਹਾ ਸੀਗਾ, ਪਹਿਲਾਂ ਤੁਹਾਡੇ ਐਲਕ ਗਰੋਵ ਦੇ ਮੇਅਰ ਵੀ ਆਪਣੇ ਹੁਣ ਪੰਜਾਬੀ ਕੁੜੀ ਆ, ਬੌਬੀ ਐਲਨ ਸਿੰਘ। ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬੀ ਹਿੱਸਾ ਲੈਣਾ ਸ਼ੁਰੂ ਕਰ ਰਹੇ ਆ, ਪਰ ਬਾਕੀ ਦੇ ਟੋਨਾਂ ਦੇ ਵਿੱਚ ਵੀ ਉਹਨਾਂ ਨੂੰ ਆਪਣੀ ਇਨਵੋਲਵਮੈਂਟ ਕਰਨੀ ਚਾਹੀਦੀ ਆ। ਤੇ ਇਸੇ ਤਰ੍ਹਾਂ ਤੁਹਾਨੂੰ ਇੱਥੇ ਗੱਲ ਜੋੜਦਾ ਇੱਕ ਥੋੜੀ ਜੀ, ਕਿਉਂਕਿ 9/11 ਤੋਂ ਬਾਅਦ ਜਿਹੜੀ ਖਾਸ ਕਰਕੇ ਸਿੱਖਾਂ ਲਈ ਹੈ ਇਹ ਬੜੀ ਤਰਾਸਦੀ ਆ ਕਿ ਮਿਸ ਆਇਡੈਂਟੀਟੀ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਫੈਲ ਗਈ ਸੀ ਪੂਰੇ ਅਮਰੀਕਾ ਵਿੱਚ। ਭਾਵੇਂ ਕਿ ਉਹ ਕਿਸੇ ਹੋਰ ਕਮਿਊਨਿਟੀ ਨੇ ਕੀਤਾ ਸੀਗਾ, ਤਾਲਿਬਾਨ ਜਿਹਨੂੰ ਆਪਾਂ ਕਹਿ ਸਕਦੇ ਹਾਂ, ਪਰ ਜਿਹੜੇ ਆਮ ਪਬਲਿਕ ਸੀ ਉਹ ਇਹ ਸੋਚਦੀ ਹੁੰਦੀ ਸੀ ਕਿ ਜਿਹੜੇ ਸਿੱਖ ਆ ਜੇ ਟਰਬਨ ਬੰਨ੍ਹਦੇ ਆ ਵੀ ਇਹੀ ਸ਼ਾਇਦ ਕਿਤੇ ਤਾਲਿਬਾਨ ਹੋਣਗੇ ਜਾਂ ਕੋਈ ਮਿਲੀਟੈਂਟ ਹੋਣਗੇ। ਪਰ ਬੜੇ ਅਫਸੋਸ ਦੀ ਗੱਲ ਆ ਕਿ ਜਿਹੜੇ ਉਸ ਕਮਿਊਨਿਟੀ ਦੇ ਲੋਕ ਆ ਉਹ ਤੇ ਇੱਥੇ ਨਾ ਪੱਗ ਬੰਨ੍ਹਦੇ ਆ, ਨਾ ਦਾੜੀਆਂ ਰੱਖਦੇ ਆ, ਤੇ ਉਹਦਾ ਜਿਹੜਾ ਸ਼ਿਕਾਰ ਜਿਹੜਾ ਸੀਗਾ ਉਹ ਸਾਡੇ ਸਿੱਖਾਂ ਨੂੰ ਹੋਣਾ ਪਿਆ। ਇੱਥੇ ਬਹੁਤ ਸਾਰੇ ਲੋਕ ਜਿਹੜੇ ਸਭ ਤੋਂ ਪਹਿਲਾਂ ਫੀਨਿਕਸ 'ਚ ਬਲਬੀਰ ਸਿੰਘ ਸੋਢੀ, ਉਹਨਾਂ ਨੂੰ ਸ਼ਹੀਦੀ ਦੇਣੀ ਪਈ ਸਟੋਰ ਤੇ ਆਣ ਕੇ। ਉਹਨਾਂ ਨੂੰ ਮਿਸ ਆਇਡੈਂਟੀਟੀ 'ਚ ਉਹਨਾਂ ਦਾ ਮਰਡਰ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸੈਂਕੜੇ ਲੋਕ ਹੁਣ ਤੱਕ ਜਿਹੜੇ ਆ ਉਹ ਮਾਰੇ ਜਾ ਚੁੱਕੇ ਆ। ਹੁਣ ਵੀ ਰੀਸੈਂਟ ਗੁਰਦੁਆਰਿਆਂ ਦੇ ਵਿੱਚ ਹਮਲੇ ਹੋਏ ਆ, ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਹੋਈਆਂ ਜਿਹਨਾਂ ਨੂੰ ਵਿਸਕਾਂਸਨ ਦਾ ਗੁਰਦੁਆਰਾ ਬੜੀ ਨੇੜਤਾ ਦੇ ਨਾਲ ਦੇਖਿਆ, ਤੇ ਬੇਵਜ੍ਹਾ ਗੋਲੀਆਂ ਚਲਾ ਦੇਣੀਆਂ, ਇਹੋ ਜਿਹੇ ਤਾਂ ਸਾਡੇ ਨਾਲ ਹੈਪਨ ਹੁੰਦੇ ਰਹੇ। ਵਿਸਕਾਂਸਨ ਗੁਰਦੁਆਰਾ ਜਿਹੜਾ ਸ਼ਿਕਾਗੋ ਦੇ ਕੋਲੇ ਆ, 6 ਸਿੱਖ ਜਿਹੜੇ ਸੀ ਸਾਡੇ ਉਹ ਉੱਥੇ ਮਾਰੇ ਜਾ ਚੁੱਕੇ ਸੀ। ਤੇ ਬਹੁਤ ਸਾਰੇ ਜ਼ਖਮੀ ਹੋਏ ਸੀ। ਈਵਨ ਸਾਡਾ ਇੱਕ ਜਿਹੜਾ ਗੋਰਾ ਪੁਲਿਸ ਵਾਲਾ ਸੀ, ਉਹਨੇ ਬੜੀ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਉਦੋਂ ਸਿੱਖਾਂ ਨੂੰ ਉੱਥੋਂ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਉਹਨੂੰ ਆਪ ਨੂੰ ਖੁਦ ਨੂੰ ਬੜੀਆਂ ਗੋਲੀਆਂ ਵੱਜੀਆਂ ਸੀ ਉਦੋਂ ਉਸ ਦਿਨਾਂ 'ਚ। ਇਹ ਬੜੀ ਬਹਾਦਰੀ ਦੀ ਗੱਲ ਹੈ ਉਸ ਪੁਲਿਸ ਵਾਲੇ ਲਈ ਵੀ। ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਇਹ ਸਾਡੀ ਆਇਡੈਂਟੀਟੀ ਦੀ ਮਿਸਟੇਕ ਆ, ਜੇ ਅਸੀਂ ਉਹਨਾਂ ਦੇ ਵਿੱਚ ਵਿਚਰਾਂਗੇ ਤੇ ਇਹ ਦੂਰ ਹੋਏਗੀ। ਜੇ ਆਪਾਂ ਉਹਨਾਂ ਦੇ ਵਿੱਚ ਵਿਚਰਾਂਗੇ ਨਹੀਂ ਤੇ ਅਸੀਂ ਬਾਹਰ ਨਹੀਂ ਆਵਾਂਗੇ ਤੇ ਇਹਨੂੰ ਘੱਟ ਨਹੀਂ ਕੀਤਾ ਜਾ ਸਕਦਾ। ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਇਸ ਬਾਰੇ ਉਹ ਗੱਲਬਾਤ ਕਰ ਰਹੀਆਂ, ਲੋਕਾਂ ਨੂੰ ਅਗਾਹ ਕਰ ਰਹੀਆਂ, ਸਾਡੀ ਕਮਿਊਨਿਟੀ ਨੂੰ ਖਾਸ ਕਰਕੇ, ਕਿ ਅਮਰੀਕਨ ਪੋਲਿਟਿਕਸ 'ਚ ਇਨਵੋਲਵ ਹੋਣਾ ਬੜਾ ਜ਼ਰੂਰੀ ਹੈ। ਉਹਨਾਂ ਦੀਆਂ ਵੈਬਸਾਈਟਸ ਬਣੀਆਂ ਹੋਈਆਂ, ਉਹਦੇ ਵਿੱਚ ਈਵਨ ਇੱਥੋਂ ਤੱਕ ਵੀ ਦੱਸਿਆ ਜਾਂਦਾ ਕਿਹੜੀ ਤਰੀਕ ਨੂੰ ਕਿਹੜਾ ਸਿੱਖ ਜਿਹੜਾ ਸੀ ਜਾਂ ਪੰਜਾਬੀ ਸੀ ਇਹਨਾਂ ਦੀ ਮਿਸ ਆਇਡੈਂਟੀਟੀ ਦਾ ਸ਼ਿਕਾਰ ਹੋਇਆ। ਉਹਦੇ ਹਿਸਾਬ ਨਾਲ ਅੱਜ ਸੈਂਕੜੇ ਲੋਕ ਜਿਹੜੇ ਆ ਉਹ ਮਿਸ ਆਇਡੈਂਟੀਟੀ ਦੇ ਸ਼ਿਕਾਰ ਹੋ ਗਏ ਆ। ਪਰ ਮੈਂ ਇਹਦੇ ਨਾਲ ਕਸੂਰਵਾਰ ਜਿਹੜਾ ਉਹ ਮੈਂ ਆਪਣੀ ਕਮਿਊਨਿਟੀ ਨੂੰ ਜ਼ਿਆਦਾ ਮੰਨਦਾ। ਇਹ ਗੱਲ ਤੁਹਾਡੀ ਬਿਲਕੁਲ ਸਹੀ ਆ। ਉਹੀ ਗੱਲ ਤੇ ਮੈਂ ਤੁਹਾਨੂੰ ਲੈ ਕੇ ਆ ਰਿਹਾ ਕਿ ਸਾਡੇ ਜਿਹੜੇ ਲੋਕ ਆ ਉਹ ਆਪਣਾ ਕਾਨਫੀਡੈਂਸ ਲੈਵਲ ਲੈ ਕੇ ਨਹੀਂ ਆਉਂਦੇ। ਜਿੱਦਾਂ ਹੁਣ ਆ ਵੋਟਾਂ ਦੀ ਗੱਲ ਆ ਜੀ, ਵੋਟਾਂ ਦੇ ਬੈਲਟ ਆ, ਪਹਿਲੀ ਗੱਲ ਤਾਂ ਇਹਨਾਂ ਨੇ ਜਿਹੜੇ ਵੋਟਾਂ ਦੇ ਬੈਲਟ ਤੁਹਾਡੇ ਘਰਾਂ 'ਚ ਆਏ ਆ ਖੋਲ ਕੇ ਨਹੀਂ ਦੇਖਣੇ ਨਾ। ਬਿਲਕੁਲ ਹੈ, ਜੇ ਉਹ ਆ ਗਏ ਆ ਚੱਕ ਕੇ ਸਾਈਡ ਤੇ ਰੱਖਦੇ ਨੇ। ਇਹਨਾਂ ਨੂੰ ਇਹੀ ਨਹੀਂ ਪਤਾ ਕਿ ਕਿਹੜਾ ਕੈਂਡੀਡੇਟ ਸਾਡੇ ਏਰੀਏ 'ਚੋਂ ਇਲੈਕਸ਼ਨ ਰਨ ਕਰ ਰਿਹਾ ਜੀ। ਬਿਲਕੁਲ। ਫਿਰ ਆਪਾਂ ਗੱਲ ਕਰਦੇ ਹਾਂ ਮਿਸ ਆਇਡੈਂਟੀਫਾਈ ਦੀ, ਜਾਂ ਆਪਾਂ ਇੱਕ
ਆਪਣੀ 600 ਤਾਂ ਤਦ ਹੋਊਗੀ ਜੇ ਨਾ ਆਪਣੀ ਤੁਸੀਂ ਆਇਡੈਂਟੀਟੀ ਲੈ ਕੇ ਆਵੋਗੇ। ਜੀ ਬਿਲਕੁਲ ਬਿਲਕੁਲ। ਹਾਂ 90% ਜਿਹੜੇ ਪੰਜਾਬੀ ਆ ਉਹ ਇਸੇ ਲਈ ਪਿੱਛੇ ਪੈ ਜਾਂਦੇ ਆ, ਉਹ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਰਹਿ ਜਾਂਦਾ, VOTING ਦੇ ਵਿੱਚ ਸਾਰਿਆਂ ਤੋਂ ਲਾਸਟ ਦੇ ਵਿੱਚ ਬੈਠੇ ਜੀ ਆ। ਬਿਲਕੁਲ। ਜਦੋਂ ਉਹਨਾਂ ਨੇ ਬੈਲਟ ਪੇਪਰ ਖੋਲ ਕੇ ਨਹੀਂ ਦੇਖਣੇ, ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦਾ ਕਿਹੜਾ ਕੈਂਡੀਡੇਟ ਆ। ਈਵਨ ਬਾਅਦ ਚ ਵੀ ਜਦੋਂ ਜੇ ਕਿਸੇ ਨੂੰ ਪੁੱਛ ਲਈਏ ਨਾ, ਇੱਥੇ ਖਾਸ ਕਰਕੇ ਬੜਾ ਦੁੱਖ ਹੁੰਦਾ ਸੁਣ ਕੇ ਕਿ ਤੁਹਾਡੇ ਹਲਕੇ ਦਾ MLA ਕੌਣ, ਉਹ ਜੀ ਇੱਥੇ ਵੀ ਹੁੰਦੇ MLA, ਉਹਨਾਂ ਨੂੰ ਇੱਥੋਂ ਤੱਕ ਨਹੀਂ ਪਤਾ। ਬਿਲਕੁਲ। ਹੁਣ ਪਿਛਲੇ ਹਫ਼ਤੇ ਕਿਸੇ ਨਾਲ ਮੇਰੀ ਗੱਲ ਚੱਲਦੀ ਸੀਗੀ ਤੇ ਮੈਨੂੰ ਕਿਸੇ ਨੇ ਸਵਾਲ ਪੁੱਛਿਆ, ਮੈਂ ਕਿਹਾ ਘੱਟ ਤੋਂ ਘੱਟ 3600 ਮੇਅਰ ਮੈਨੂੰ ਜਾਣਦੇ ਆ। ਇਹਦਾ ਮਤਲਬ ਮੈਂ ਉਹਨਾਂ ਕੋਲੇ ਗਿਆ ਹੋਊਗਾ, ਵਿਚਰਿਆ ਹੋਊਗਾ। ਤੇ ਇਸੇ ਤਰ੍ਹਾਂ ਜੇ ਤੁਸੀਂ ਬਾਹਰ ਜਾਓਗੇ, ਆਪਣੇ ਆਪ ਨੂੰ ਕਲੈਰੀਫਾਈ ਕਰੋਗੇ, ਲੋਕਾਂ ਨੂੰ ਪਤਾ ਲੱਗਦਾ ਕਿ ਆਪਾਂ ਪੰਜਾਬੀ ਹਾਂ। ਇਸੇ ਕਰਕੇ ਤੁਸੀਂ ਵੀ ਆਪਣੇ ਆਪ ਨੂੰ ਬਾਹਰ ਕੱਢੋ। ਘੱਟ ਤੋਂ ਘੱਟ ਜਿਹੜੇ ਤੁਹਾਡੇ ਲੋਕਲ ਸਿਟੀ ਦੇ ਅਫੀਸ਼ੀਅਲ ਆ, ਤੁਸੀਂ ਉਹਨਾਂ ਦੇ ਨਾਲ ਮੁਲਾਕਾਤ ਤਾਂ ਕਰੋ। ਬਿਲਕੁਲ। ਤੁਸੀਂ ਜੇ ਬਾਹਰ ਹੀ ਨਹੀਂ ਨਿਕਲੋਗੇ ਤੇ ਹਾਊ ਦੇ ਗੋਇੰਗ ਟੂ ਆਇਡੈਂਟੀਫਾਈ ਯੂ। ਵੱਡੀ ਗੱਲ ਇਹ ਆ ਵਿਰਕ ਸਾਹਿਬ ਕਿ ਇੱਥੋਂ ਦਾ ਜਿਹੜਾ ਸਿਸਟਮ ਨਾ ਬਹੁਤ ਵਧੀਆ। ਅਸਲੀ ਜਿਹੜਾ ਲੋਕਤੰਤਰ ਜਿਹੜਾ ਕਹਿੰਦੇ ਨਾ, ਬਿਲਕੁਲ ਸਭ ਤੋਂ ਵੱਡਾ ਜਿਹੜਾ ਉਹ ਹਿੰਦੁਸਤਾਨ ਚ ਨੋ, ਮੈਂ ਐਗਰੀ ਨਹੀਂ ਹੈਗਾ। ਇੱਥੇ ਹੀ ਆ। ਇੱਥੇ ਲੋਕਤੰਤਰ ਇਸ ਤਰ੍ਹਾਂ ਆਪਾਂ, ਮੈਂ ਕਹਿੰਦਾ ਹੁੰਦਾ, ਕਈ ਵਾਰੀ ਕਲੈਰੀਫਿਕੇਸ਼ਨ ਕਰਦਾ ਹੁੰਦਾ, ਤੁਸੀਂ ਇੱਕ ਘਰ ਦਾ ਬੱਚਾ ਕੋਈ ਜਾਂ ਤੁਸੀਂ ਹੋ ਜਾਂ ਕੋਈ ਵੀ ਆ, ਤੁਸੀਂ ਇੱਥੇ ਇਲੈਕਸ਼ਨ ਲੜਨੀ ਚਾਹੁੰਦੇ ਹੋ, ਤੁਹਾਨੂੰ ਇਹ ਨਹੀਂ ਹੈਗਾ ਕਰੋੜਾਂ ਰੁਪਇਆ ਦੇ ਕੇ ਤੁਹਾਨੂੰ ਟਿਕਟ ਲੈਣੀ ਪਊਗੀ। ਤੁਸੀਂ ਪ੍ਰਾਇਮਰੀ ਇਲੈਕਸ਼ਨ ਜਿਹੜੀ ਆ ਉਹ ਪਹਿਲਾਂ ਰਨ ਕਰੋਗੇ। ਜਿਸ ਤਰ੍ਹਾਂ ਹੁਣ ਆਪਣਾ 7 ਜੂਨ ਨੂੰ ਜਿਹੜੀ ਪ੍ਰਾਇਮਰੀ ਇਲੈਕਸ਼ਨ ਹੋ ਰਹੀ ਆ, ਉਹ ਇਸ ਤਰ੍ਹਾਂ ਹੁੰਦਾ ਵੀ ਜੇ ਡੈਮੋਕ੍ਰੇਟ ਪਾਰਟੀ ਦੇ ਇੱਕ ਤੋਂ ਵੱਧ ਉਮੀਦਵਾਰ ਖੜ੍ਹਦੇ ਫਰਜ਼ ਕੀਤਾ, ਜਾਂ ਰਿਪਬਲਿਕਨ ਪਾਰਟੀ ਦੇ ਇੱਕ ਤੋਂ ਵੱਧ ਉਮੀਦਵਾਰ ਖੜ੍ਹਦੇ ਕਿਸੇ ਵੀ ਹਲਕੇ ਤੋਂ ਕੋਈ ਵੀ ਸੀਟ ਲਈ, ਉਹਨਾਂ ਦੀ ਜਿਹੜੀ ਵੋਟ ਹੈ ਉਹ ਪਹਿਲਾਂ ਉਹਨਾਂ ਦੀ ਜਿਹੜੀ ਚੋਣ ਹੈ ਕਿ ਕਿਹੜਾ ਕੈਂਡੀਡੇਟ ਫਾਈਨਲ ਹੋਊਗਾ, ਉਹ ਜੂਨ 'ਚ ਚੁਣਿਆ ਜਾਂਦਾ। ਬਿਲਕੁਲ। ਉਹ ਹੁਣ 7 ਜੂਨ ਨੂੰ ਚੁਣਿਆ ਜਾਣਾ। ਜੇ ਰਿਪਬਲਿਕਨਾਂ ਨੂੰ ਰਿਪਬਲਿਕਨਾਂ ਦੇ ਬੈਲਟ ਪੇਪਰ ਚੱਲ ਜਾਣੇ, ਜਿਹੜੇ ਡੈਮੋਕ੍ਰੇਟਾਂ ਨੂੰ ਡੈਮੋਕ੍ਰੇਟ ਦੇ ਚਲੇ ਜਾਣੇ। ਉਸ ਕਰਕੇ ਇਹ ਜਿਹੜਾ ਸਿਸਟਮ ਜਿਹੜਾ ਇਹ ਰੂਟ ਲੈਵਲ ਤੋਂ ਕੈਂਡੀਡੇਟ ਬਣਦੇ ਆ। ਇੰਡੀਆ 'ਚ ਕੀ ਆ, ਉੱਤੋਂ ਬਣਦੇ ਆ, ਉਹ ਥੋਪਿਆ ਜਾਂਦਾ। ਆ ਸਾਡਾ ਜੀ ਲੋਕ ਸਭਾ ਦਾ ਮੈਂਬਰ ਕਿੰਨੇ ਦਿੱਤੇ ਜੀ? 10 ਕਰੋੜ ਦੇ ਦਿੱਤੇ। ਹੁਣ 10 ਕਰੋੜ ਜਿਹੜੇ ਬੰਦੇ ਨੇ ਦਿੱਤੇ ਆ, ਉਹ ਪੂਰੇ ਵੀ ਕਰਨੇ ਉਹਨੇ 5 ਸਾਲਾਂ 'ਚ। ਬਿਲਕੁਲ ਜੀ। ਠੀਕ ਹੈ ਨਾ। ਇੱਥੋਂ ਰੂਟ ਲੈਵਲ ਤੋਂ ਆ, ਇੱਥੋਂ ਆਪਣੇ ਆਪ ਤੁਸੀਂ ਕੋਈ ਵੀ ਐਨੀਬਡੀ ਕੋਈ ਵੀ ਜੇ ਚਾਹੁੰਦਾ ਕਿ ਮੈਂ ਇਲੈਕਸ਼ਨ ਲੜਨੀ, ਉਹ ਆਪਣਾ ਫਾਰਮ ਭਰੇ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰੇ। ਤੇ ਇਹ ਨਹੀਂ ਕਿ ਤੁਹਾਨੂੰ ਟਿਕਟ ਲੈਣੀ ਪੈਣੀ। ਬਿਲਕੁਲ ਨਹੀਂ। ਹਾਂਜੀ। ਐਸੇ ਕਰਕੇ ਰੂਟ ਲੈਵਲ ਤੋਂ ਜਾਣ ਕਰਕੇ ਇਹਨਾਂ ਨੂੰ ਕੋਈ ਇਹਨਾਂ ਦਾ ਇੰਨਾ ਖਰਚਾ ਨਹੀਂ ਹੁੰਦਾ ਵੀ ਇਹਨਾਂ ਨੂੰ ਰਿਸ਼ਵਤ ਨਹੀਂ ਦੇਣੀ ਪੈਂਦੀ। ਜਦੋਂ ਰਿਸ਼ਵਤ ਨਹੀਂ ਦੇਣੀ ਪੈਂਦੀ ਤੇ ਉਹ ਫਿਰ ਅੱਗੇ ਹੋਏ ਆ ਵੀ ਉਹਨਾਂ ਨੂੰ ਫਿਰ ਰਿਸ਼ਵਤ ਲੈਂਦੇ ਵੀ ਨਹੀਂ। ਉਹ ਸਿਰਫ ਪਬਲਿਕ ਦੀ ਗੱਲ ਕਰਦੇ ਆ। ਦੂਜੀ ਗੱਲ ਇਹ ਦੇਖੋ, ਉਹਨਾਂ ਕੋਲ ਨਾ ਕੋਈ ਗਨਮੈਨ ਹੁੰਦਾ, ਕੋਈ VIP ਕਲਚਰ ਨਹੀਂ, ਨਾ ਉਹਨਾਂ ਦੀ ਗੱਡੀ ਤੇ ਕੋਈ ਲੱਗਿਆ ਹੁੰਦਾ, ਹਿਊਟਰ ਲੱਗਿਆ ਹੁੰਦਾ, ਲਾਈਟ ਲੱਗੀ ਹੁੰਦੀ, ਕੋਈ ਸਪੈਸ਼ਲ ਆਇਡੈਂਟੀਟੀ ਨਹੀਂ। ਨਾਰਮਲ ਜਿਵੇਂ ਆਮ ਪਬਲਿਕ ਆ ਉਸੇ ਤਰ੍ਹਾਂ ਉਹ ਵਿਚਰਦੇ ਆ। ਉਹਨਾਂ ਡਰਾਈਵਰ ਵੀ ਲੱਗਦਾ ਕਿ ਮੰਤਰੀ ਜਾ ਰਿਹਾ, ਡਰਾਈਵ ਵੀ ਗੱਡੀ ਆਪ ਕਰਦੇ ਆ। ਤੁਸੀਂ ਕਦੇ ਵੀ ਕਿਸੇ ਵੀ ਅਸੈਂਬਲੀ ਮੈਂਬਰ ਆਪਣੇ ਕਾਂਗਰਸਮੈਨ ਨੂੰ ਜਾਂ ਮੇਅਰ ਨੂੰ ਮਿਲਣਾ ਚਾਹੁੰਦੇ ਹੋ, ਯੂ ਕੈਨ ਗੋ ਡਾਇਰੈਕਟ। ਤੁਹਾਨੂੰ ਕੋਈ ਸਪਾਰਸ਼ ਦੀ ਲੋੜ ਨਹੀਂ, ਵਿਚੋਲੀਏ ਦੀ ਲੋੜ ਨਹੀਂ ਪੈਂਦੀ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਜੇ ਆਪਾਂ ਦੇਖਿਆ ਜਾਵੇ, ਹੁਣ ਆਪਾਂ ਗੱਲ ਕਰਦੇ ਕਿ ਇੰਡੀਆ ਦੇ ਵਿੱਚ ਆਪਾਂ ਇਹ ਸੁਧਾਰੀਏ, ਇੱਥੇ ਆਲਰੇਡੀ ਸੁਧਰਿਆ ਹੋਇਆ। ਜਿਹੜਾ ਸੁਧਰਿਆ ਹੋਇਆ ਉਹਦੀਆਂ ਡਾਇਰੈਕਸ਼ਨਸ ਤਾਂ ਫੋਲੋ ਕਰ ਲਓ। ਆਪਾਂ ਪੰਜਾਬੀਆਂ ਨੂੰ ਇਹ ਮੈਸੇਜ ਦਿੰਦੇ ਆ ਕਿ ਹੁਣ ਆ ਜਿਹੜੇ ਬੈਲਟ ਆਏ ਆ, ਇਹਨਾਂ ਨੂੰ ਜ਼ਰੂਰ ਖੋਲੋ, ਇਹਨਾਂ ਨੂੰ ਖੋਲ ਕੇ ਕੈਂਡੀਡੇਟ ਦੇਖੋ ਤੇ ਉਹ ਕੈਂਡੀਡੇਟਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ। ਉਹਨਾਂ ਦੇ ਥਾਂ ਸਾਈਨ ਲੱਗੇ ਆ, ਥਾਂ ਫੋਨ ਲੱਗੇ ਆ। ਵੈਬਸਾਈਟ ਤੇ ਜਾਓ, ਉਹਨਾਂ ਨੂੰ ਸਟੱਡੀ ਕਰੋ, ਦੇਖੋਗੇ ਕਿਹੜਾ ਕੈਂਡੀਡੇਟ ਤੁਹਾਡੇ ਲਈ ਬੈਸਟ ਆ, ਤੁਹਾਡੀ ਕਮਿਊਨਿਟੀ ਲਈ ਕਿਹੜਾ ਬੈਸਟ ਆ। ਫਿਰ ਤੁਸੀਂ ਆਪਣਾ ਕੈਂਡੀਡੇਟ ਉਸ ਹਿਸਾਬ ਦੇ ਨਾਲ ਪਿਕ ਕਰੋ ਜਿਹਦੇ ਨਾਲ ਤੁਸੀਂ ਵਧੀਆ ਕਮਿਊਨੀਕੇਟ ਕਰਦੇ ਆ, ਜਾਂ ਤੁਹਾਡੀ ਪੰਜਾਬੀ ਦੇ ਨਾਲ ਉਹ ਵਧੀਆ ਤਰੀਕੇ ਨਾਲ ਕਮਿਊਨੀਕੇਟ ਕਰਦੇ ਆ। ਵੱਡੀ ਗੱਲ ਇਹ ਆ, ਸਾਨੂੰ ਇੱਥੇ ਵੋਟ ਪਾਉਣ ਜ਼ਰੂਰੀ ਨਹੀਂ ਹੁੰਦਾ ਜਾਣਾ ਪੈਣਾ। ਬਿਲਕੁਲ। ਤੁਹਾਨੂੰ ਬਾਈ ਮੇਲ ਆਉਂਦੀਆਂ, ਘਰ ਆਉਂਦੀਆਂ ਵੋਟਾਂ। ਜਿਹੜਾ ਬੈਲਟ ਪੇਪਰ ਆ ਮੈਂ ਦਿਖਾ ਵੀ ਦਿੰਦਾ। ਆਹ ਜਿਹੜਾ ਬੈਲਟ ਪੇਪਰ ਆ ਇਹ ਲੋਕਾਂ ਦੇ ਘਰਾਂ 'ਚ ਜਿਹੜਾ ਉਹ ਪਹੁੰਚ ਚੁੱਕਾ। ਤੇ ਸਾਨੂੰ ਚਾਹੀਦਾ ਕਿ ਇਹ ਜਿਹੜੇ ਬੈਲਟ ਪੇਪਰ ਆ ਇਹ ਖੋਲੀਏ। ਇਹ ਖੋਲ ਕੇ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਹਾਨੂੰ ਉੱਥੇ ਵੀ ਜਾਣਾ ਪਊਗਾ। ਇਹਦੇ ਵਿੱਚ ਕੈਂਡੀਡੇਟਸ ਜਿਹੜੇ ਹੈਗੇ ਆ ਉਹ ਪੂਰੀ ਤਰਤੀਬ ਨਾਲ ਲਿਖਿਆ ਹੋਊ, ਕਿਹੜੇ ਹਲਕੇ ਤੋਂ ਕਿਹੜਾ ਕੈਂਡੀਡੇਟ ਆ। ਤੁਹਾਨੂੰ ਥੋੜ੍ਹਾ ਜਿਹਾ ਖੋਲ ਕੇ ਵੀ ਦਿਖਾ ਦਿੰਦਾ। ਤੇ ਇਹ ਜਿਹੜਾ ਹੈਗਾ ਖਾਸ ਕਰਕੇ ਇਹ ਕਾਊਂਟੀ ਆਫ ਸੈਕਰਾਮੈਂਟੋ ਦਾ ਜਿਹੜਾ ਇਲੈਕਸ਼ਨ ਬੈਲਟ ਪੇਪਰ ਆ। ਇੰਡੀਆ ਵਾਲਾ ਸਿਸਟਮ ਤਾਂ ਹੈ ਨਹੀਂਗਾ ਵੀ ਤੁਹਾਨੂੰ ਲੰਮੀਆਂ ਲਾਈਨਾਂ 'ਚ ਲੱਗਣਾ ਪਊ। ਕਿੱਡਾ ਸੌਖਾ ਇਹਨਾਂ ਦਾ ਕੰਮ ਆ। ਆਹ ਖੋਲ੍ਹਿਆ ਤੇ ਆਹ ਇਹਨੂੰ ਰੱਖਤਾ। ਦੇਖੋ ਆਹ ਬੈਲਟ ਪੇਪਰ ਆ। ਆਪਣੇ ਜਿਹੜੇ ਪਸੰਦੀਦਾ ਜਿਹੜੇ ਤੁਹਾਡੇ ਉਮੀਦਵਾਰ ਆ ਉਹਦੇ ਤੁਸੀਂ ਇਹਨਾਂ ਤੇ ਆਹ ਨਿਸ਼ਾਨ ਲੱਗੇ ਆ। ਇੱਥੇ ਸਿਰਫ ਕਾਲਾ ਨਿਸ਼ਾਨ ਕਰ ਦੇਣਾ, ਜਿਹੜਾ ਤੁਹਾਡਾ ਮਨਪਸੰਦ ਜਿਹੜਾ ਕੈਂਡੀਡੇਟ ਹੋਊਗਾ ਉਹ ਤੁਸੀਂ ਇੱਥੇ ਲਾ ਦੇਣਾ। ਜਿਹੜਾ ਵੀ ਤੁਸੀਂ ਮੰਨਦੇ, ਅਸੀਂ ਨਹੀਂ ਕਿਸੇ ਦੀ ਪ੍ਰਮੋਸ਼ਨ ਕਰ ਰਹੇ ਅੱਜ, ਅਸੀਂ ਸਿਰਫ ਦੱਸ ਰਹੇ ਹਾਂ ਵੀ ਜਿਹੜਾ ਵੀ ਆਹ 2 ਪੇਜ ਜਿਵੇਂ ਸੈਕਰਾਮੈਂਟੋ ਕਾਊਂਟੀ ਸਾਡੇ ਏਰੀਆ 'ਚ ਜਿਹੜੇ ਆਏ ਆ ਉਹਦੇ ਬਾਰੇ ਦੱਸ ਰਹੇ ਹਾਂ। ਇਹ ਆਹ ਹੈਗਾ ਤੇ ਇਹਦੇ ਵਿੱਚ ਤੁਸੀਂ ਕੀ ਹੈਗਾ
ਤੇ ਉਹ ਆਪਣੇ ਮਨਪਸੰਦ ਦਾ ਜਿਹੜਾ ਕੈਂਡੀਡੇਟ ਆ ਉਹਨੂੰ ਵੋਟ ਕਲਿੱਕ ਕਰੋ। ਉਸ ਤੋਂ ਬਾਅਦ ਬੜੇ ਸਾਈਨ ਵੀ ਕਰਨੇ ਜ਼ਰੂਰੀ ਆ। ਇਹ ਨਹੀਂ ਹੈਗਾ ਕਿ ਤੁਸੀਂ ਇਸ ਤਰ੍ਹਾਂ ਹੀ ਉਹਨੂੰ ਰੱਖ ਕੇ ਤੇ ਕਿਤੇ ਸਾਈਡ ਤੇ ਰੱਖ ਦਿਓ। ਰਾਈਟ ਵੇ ਉਹਨੂੰ ਦੁਬਾਰਾ ਫੋਲਡ ਕਰੋ, ਇੱਥੇ ਆਪਣੇ ਸਾਈਨ ਕਰੋ, ਇੱਥੇ ਸਾਈਨ ਕਰਨੇ ਜ਼ਰੂਰੀ ਆ। ਆਪਣਾ ਐਡਰੈਸ ਜਿਹੜਾ ਇੱਥੇ ਲਿਖਣਾ ਬਹੁਤ ਜ਼ਰੂਰੀ ਆ ਉਹਦਾ। ਤੇ ਜਿੰਨਾ ਚਿਰ ਐਡਰੈਸ ਆਪਣਾ ਨਹੀਂ ਲਿਖੋਗੇ, ਸਾਈਨ ਨਹੀਂ ਹੋਣਗੇ, ਉਹਦੇ ਵਿੱਚ ਵੀ ਜਿਹੜਾ ਹੈਗਾ ਉਹਦੀ ਵੀ ਜਿਹੜੀ ਫਾਰਮੈਲਿਟੀ ਆ ਉਹ ਪੂਰੀ ਕਰਨੀ ਬਹੁਤ ਜ਼ਰੂਰੀ ਆ। ਤਾਂ ਇਹ ਤੁਹਾਡੀ ਜਿਹੜੀ ਬੈਲਟ ਆ ਇਹ ਵੈਲਿਡ ਹੋਊਗੀ, ਇਹ ਤੁਹਾਡੀ ਗਿਣੀ ਜਾਊਗੀ ਵੀ ਉੱਥੇ ਕਿ ਤੁਹਾਡੀ ਵੋਟ ਜਿਹੜੀ ਆ ਪੈ ਗਈ ਆ ਤੁਹਾਨੂੰ। ਹਾਂ, ਜੇ ਤੁਸੀਂ ਇਹਨੂੰ ਨਹੀਂ ਕਰ ਸਕਦੇ, ਤੁਸੀਂ ਜਿਹੜਾ ਤੁਹਾਡੇ ਏਰੀਆ ਦਾ ਉੱਥੇ ਬੂਥ ਵੀ ਹੁੰਦੇ ਆ, ਹਰ ਏਰੀਆ 'ਚ ਹਰ ਸਿਟੀ 'ਚ ਬੂਥ ਹੁੰਦੇ ਆ, ਤੁਸੀਂ ਬੂਥ 'ਚ ਜਾਓ, ਬੂਥ 'ਚ ਜਾ ਕੇ ਪਰਸਨਲੀ ਵੀ ਜਾ ਕੇ ਤੁਸੀਂ ਵੋਟ ਪਾ ਸਕਦੇ ਹੋ। ਪਰ ਉਹ ਇਹ ਆ ਵੀ ਸੇਮ ਡੇ ਜਾਣਾ ਪੈਂਦਾ। ਅੱਛਾ, ਇਹਦਾ ਭੇਜਣ ਦਾ ਤਰੀਕਾ ਇੱਕ ਹੋਰ ਵੀ ਮੈਂ ਦੱਸ ਦੇਵਾਂ। ਇੱਕ ਤੇ ਬਾਈ ਮੇਲ ਜਿਹੜਾ ਹੈਗਾ ਤੁਸੀਂ ਭੇਜ ਸਕਦੇ ਹੋ, ਕੋਈ ਟਿਕਟ ਨਹੀਂ ਲੱਗਦੀ। ਆਹ ਲਿਖਿਆ ਦੇਖੋ, ਨੋ ਪੋਸਟੇਜ ਰਿਕੁਆਇਰਡ, ਇੱਥੇ ਟਿਕਟ ਨਹੀਂ ਲਾਉਣੀ ਤੁਸੀਂ, ਬਿਲਕੁਲ ਫ੍ਰੀ ਆ। ਇਹਨੂੰ ਜਾਂ ਤਾਂ ਤੁਸੀਂ ਆਪਣੇ ਮੇਲ ਬਾਕਸ 'ਚ ਪਾ ਦਿਓ, ਜਾਂ ਕਿਸੇ ਪੋਸਟ ਆਫਿਸ 'ਚ ਪਾ ਦਿਓ, ਜਾਂ ਸਿਟੀ ਜਿਹੜਾ ਹੁੰਦਾ ਕਿਸੇ ਵੀ ਸ਼ਹਿਰ 'ਚ ਜਿੱਥੇ ਤੁਸੀਂ ਰਹਿੰਦੇ ਹੋ, ਜਿਵੇਂ ਸਾਡਾ ਐਲਕ ਗਰੋਵ ਸਿਟੀ ਆ, ਤੁਸੀਂ ਉੱਥੇ ਜਾ ਕੇ ਵੀ ਇੱਦਾਂ ਇਹ ਜਾ ਕੇ ਬੈਲਟ ਜਿਹੜਾ ਉੱਥੇ ਡ੍ਰੌਪ ਕਰ ਸਕਦੇ ਹੋ ਸਿਟੀ ਵਿੱਚ। ਉੱਥੇ ਡੱਬੇ ਬਣੇ ਹੁੰਦੇ, ਉਹਦੇ ਵਿੱਚ ਪਾ ਦਿਓ, ਕੋਈ ਹੇਰਾ ਫੇਰੀ ਨਹੀਂ ਹੁੰਦੀ ਇਹਦੇ 'ਚ। ਇਹ ਨਹੀਂ ਹੈਗਾ ਕਿ ਤੁਸੀਂ ਪਾਤੀ ਪਤਾ ਨਹੀਂ ਕਿਸੇ ਨੇ ਬਦਲ ਲੈਣਾ, ਬਿਲਕੁਲ ਇੱਥੇ 1% ਵੀ ਜਿਹੜੀ ਆ ਉਹ ਹੇਰਾ ਫੇਰੀ ਨਹੀਂ ਹੈਗੀ। 7 ਜੂਨ ਨੂੰ ਇਹਨਾਂ ਚੀਜ਼ਾਂ ਦੇ ਰਿਜ਼ਲਟ ਆ ਜਾਣੇ ਆ। ਬਿਗ ਸਾਹਿਬ, ਤੁਸੀਂ ਇੱਕ ਗੱਲ ਕੀਤੀ ਸੀਗੀ ਕਿ ਹੁਣ ਜਿਹੜੇ ਪੰਜਾਬੀ 'ਚ ਜਿਹੜੇ ਬੈਲਟ ਪੇਪਰ ਦਾ ਟ੍ਰਾਂਸਲੇਸ਼ਨ ਜਿਹੜੀ ਆ ਉਹ ਵੀ ਮਿਲਣੀ ਸ਼ੁਰੂ ਹੋ ਗਈ ਆ। ਦੋਸਤੋ, ਮੈਂ ਪਿਛਲੇ ਦਿਨੀ ਇੱਕ ਪੋਸਟ ਪਾਈ ਸੀ ਕਿ ਜਿਹੜੀ ਕੈਲੀਫੋਰਨੀਆ ਦੀ ਗੌਰਮੈਂਟ ਵੱਲੋਂ, ਸੈਕਟਰੀ ਆਫ ਸਟੇਟ ਵੱਲੋਂ, ਜਿਹਦਾ ਕਿ ਮੈਂ ਪਿਛਲੇ 2016 ਤੋਂ ਉਹਦਾ ਉਹਨੂੰ ਕਹਿੰਦੇ ਲੈਂਗੁਏਜ ਐਕਸੈਸੀਬਿਲਟੀ ਕਮੇਟੀ ਦਾ ਮੈਂ ਐਡਵਾਈਜ਼ਰ ਹਾਂ, ਸੈਕਟਰੀ ਆਫ ਸਟੇਟ ਦਾ। ਉਹਦੇ ਵਿੱਚ ਇਹ ਗੱਲ ਰੱਖੀ ਸੀ ਕਿ ਪੰਜਾਬੀ ਤੇ ਹਿੰਦੀ ਵੀ ਜਿਹੜੀ ਹੈ ਨਾ ਇਹ ਬੜੀ ਜ਼ਰੂਰੀ ਆ, ਤੇ ਉਹ ਉਹਨਾਂ ਨੇ ਮੰਨ ਲਈ ਆ। ਉਹਨਾਂ ਨੇ ਮੰਨ ਕੇ ਪਿਛਲੇ ਦਿਨੀ ਜਿਹੜੀਆਂ ਨਾ ਉਹ ਲੈਟਰਸ ਹਰ ਵੋਟਰ ਨੂੰ ਪਾਈਆਂ ਸੀ ਵੀ ਜੇ ਤੁਸੀਂ ਇੰਗਲਿਸ਼ ਤੋਂ ਇਲਾਵਾ ਕਿਸੇ ਹੋਰ ਲੈਂਗੁਏਜ ਵਿੱਚ ਵੀ ਆਪਣੀ ਜਿਹੜੀ ਵੋਟ ਸਮਝਣਾ ਚਾਹੁੰਦੇ ਹੋ ਵੀ ਜਿਹੜਾ ਅਸੀਂ ਬੈਲਟ ਪੇਪਰ ਭੇਜਿਆ ਉਹਦਾ ਮਤਲਬ ਕੀ ਆ, ਤੁਹਾਨੂੰ ਉਹ ਟ੍ਰਾਂਸਲੇਸ਼ਨ ਆਊਗੀ। ਬੜੀ ਖੁਸ਼ੀ ਦੀ ਗੱਲ ਆ ਕਿ ਉਹ ਫਸਟ ਟਾਈਮ ਹਿਸਟਰੀ 'ਚ ਹੋਇਆ ਕਿ ਪੰਜਾਬੀ ਹਿੰਦੀ 'ਚ ਵੀ ਜਿਹੜੀ ਆ ਔਨ ਡਿਮਾਂਡ ਆ। ਇਹ ਨਹੀਂ ਹੈਗਾ ਵੀ ਤੁਸੀਂ ਆਪਣੇ ਆਪ ਆਊਗੀ ਜਦ ਪੰਜਾਬੀ ਬੋਲਦੇ, ਪਰ ਇਹਨਾਂ ਨੇ ਪਹਿਲਾਂ ਜਿਹੜੀਆਂ ਜਿਵੇਂ ਕਿ ਦੱਸਿਆ ਕਿ ਤੁਹਾਨੂੰ ਲੈਟਰਸ ਪਾਈਆਂ ਸੀ ਵੀ ਤੁਸੀਂ ਉਹਦੇ ਟਿਕ ਕਰਨਾ, ਜਾਂ ਨਹੀਂ ਉਹਦੇ 'ਚ ਹੋਊਗੀ ਲੈਂਗੁਏਜ ਤੁਸੀਂ ਹੱਥ ਨਾਲ ਲਿਖਣਾ ਪੰਜਾਬੀ, ਫਿਰ ਤੁਹਾਨੂੰ ਉਹ ਇਹ ਭੇਜਦੇ ਆ। ਇਹਦਾ ਫਾਇਦਾ ਇੱਕ ਬੜਾ ਜੀ। ਅੱਛਾ ਜੀ। ਇੱਕ ਤੇ ਆ ਦੇਖੋ, ਜਿਹਨੂੰ ਨਹੀਂ ਇੰਗਲਿਸ਼ ਪੜ੍ਹਨੀ ਆਉਂਦੀ, ਸਾਡੇ ਬਹੁਤ ਸਾਰੇ ਬਜ਼ੁਰਗ ਆ ਉਹ ਹੋ ਤਾਂ ਜਾਂਦੇ ਆ। ਮੈਂ ਤੁਹਾਨੂੰ ਦਿਖਾਵਾਂਗਾ ਕਿ ਆਹ ਦੇਖੋ, ਪੰਜਾਬੀ 'ਚ ਟ੍ਰਾਂਸਲੇਸ਼ਨ ਕੀਤੀ। ਪਹਿਲਾਂ ਤਾਂ ਉਹਨਾਂ ਨੇ ਆਹ ਲਿਖਿਆ ਵੀ ਤੁਹਾਨੂੰ ਜਿਹੜੀ ਹੈਗੀ ਆ ਵੋਟਰ ਰਜਿਸਟ੍ਰੇਸ਼ਨ ਜਿਹੜਾ ਹੈਗਾ ਉਹ ਅਸੀਂ ਪੰਜਾਬੀ 'ਚ ਭੇਜ ਰਹੇ ਹਾਂ, ਤੁਸੀਂ ਇਹਨੂੰ ਦੇਖ ਕੇ। ਤੇ ਆਹ ਦੇਖੋ, ਕਿੰਨੀ ਖੁਸ਼ੀ ਦੀ ਗੱਲ ਆ। ਇਹ ਉਹ ਕੰਟਰੀ ਆ ਵਿਰਕ ਸਾਹਿਬ, ਜਿੱਥੇ ਹਰ ਬੰਦੇ ਨੂੰ, ਹਰ ਬੋਲੀ ਨੂੰ, ਹਰ ਸ਼ਖਸੀਅਤ ਨੂੰ, ਹਰ ਵਰਗ ਨੂੰ ਉਹ ਸਲਾਹਿਆ ਜਾਂਦਾ, ਉਹਨਾਂ ਦੀ ਹੈਲਪ ਕੀਤੀ ਜਾਂਦੀ ਆ। ਦੇਖੋ, ਪੰਜਾਬੀ ਜਿਹੜੀ ਹੈਗੀ ਆ ਉਹਦੇ 'ਚ ਟ੍ਰਾਂਸਲੇਸ਼ਨ ਆ ਪੂਰੇ ਬੈਲਟ ਪੇਪਰ ਦਾ ਉਸ ਹਲਕੇ ਦਾ। ਬਿਲਕੁਲ ਜੀ, ਇਹ ਫਸਟ ਟਾਈਮ ਐਵਰ ਹਿਸਟਰੀ 'ਚ ਹੋਇਆ। ਇਹ ਮੈਂ ਬੜੀ ਦੇਰ ਤੋਂ ਡਿਮਾਂਡ ਕਰ ਰਿਹਾ ਸੀ। ਅਸੀਂ ਤੁਹਾਨੂੰ ਵਧਾਈ ਦਿੰਦੇ ਆ ਕਿ ਤੁਸੀਂ ਅੱਗੇ ਹੋ ਕੇ ਇਹ ਜਿਹੜੀ ਪੰਜਾਬੀ ਦੇ ਬੈਲਟ ਤਿਆਰ ਕਰਵਾਏ ਆ ਜੀ, ਇਹਦੀ ਤੁਹਾਨੂੰ ਬਹੁਤ ਬਹੁਤ ਵਧਾਈਆਂ, ਕਿਉਂਕਿ ਇਹ ਹੋਣਾ ਬੜਾ ਜ਼ਰੂਰੀ ਸੀ। ਕਿਉਂਕਿ ਆਪਣੇ ਜਿਹੜੇ ਪੰਜਾਬੀ ਆ ਨਾ, ਪਹਿਲੀ ਗੱਲ ਤਾਂ ਉਹ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ। ਕਮ ਸੇ ਕਮ ਹੁਣ ਉਹਨਾਂ ਕੋਲੇ ਇੱਕ ਹੈ ਕਿ ਜੇ ਤੁਹਾਨੂੰ ਇੰਗਲਿਸ਼ ਦੀ ਸਮਝ ਨਹੀਂ ਆਉਂਦੀ, ਪੰਜਾਬੀ 'ਚ ਤਾਂ ਵੋਟ ਪਾਓ ਜੀ। ਬਿਲਕੁਲ। ਹੁਣ ਆਹ ਦੇਖੋ, ਇਹਨਾਂ ਨੇ ਲਿਖਿਆ ਬੈਲਟ ਮਤ ਪੱਤਰ ਅਨੁਵਾਦ ਗਾਈਡ, ਵੀ ਉਹ ਜਿਹੜੀ ਤੁਹਾਨੂੰ ਬੈਲਟ ਪੇਪਰ ਇੰਗਲਿਸ਼ 'ਚ ਆਈ ਆ ਉਹ ਕੀ ਆ, ਉਹਦੇ ਬਾਰੇ ਦੱਸਿਆ। ਜੋ ਇੰਗਲਿਸ਼ 'ਚ ਉਹਦੇ 'ਚ ਲਿਖਿਆ ਉਹ ਇਹਨਾਂ ਨੇ ਇਹਦੇ ਵਿੱਚ ਵੀ ਲਿਖਿਆ। ਆਹ ਪਹਿਲਾ ਪੈਰਾ ਜਿਹੜਾ ਹੈਗਾ ਉਹ ਅੰਗਰੇਜ਼ੀ 'ਚ, ਦੂਜਾ ਪੈਰੇ 'ਚ ਉਸੇ ਚੀਜ਼ ਦੀ ਜੋ ਬੈਲਟ ਪੇਪਰ 'ਚ ਉਹ ਟ੍ਰਾਂਸਲੇਸ਼ਨ ਪੰਜਾਬੀ। ਇਹ ਸਾਰਿਆਂ ਨੂੰ ਬੜਾ ਸੌਖਾ ਹੋ ਗਿਆ। ਜਿਹੜੇ ਅੰਗਰੇਜ਼ੀ ਨਹੀਂ ਜਾਣਦੇ ਉਹ ਵੋਟ ਦਾ ਹੱਕ ਰੱਖਦੇ, ਉਹ ਵੀ, ਪਰ ਉਹਨਾਂ ਨੂੰ ਸਮਝ ਨਹੀਂ ਹੁੰਦੀ, ਉਹ ਅੰਦਾਜ਼ੇ ਨਾਲ ਟਿਕ ਕਰ ਦਿੰਦੇ ਸੀ, ਆਪਣੇ ਪਤਾ ਨਹੀਂ ਸੀ ਹੁੰਦਾ ਉਹਨਾਂ ਨੂੰ ਕੌਣ ਆ। ਭਾਵੇਂ ਉਹ ਕਿਸੇ ਦੀ ਹੈਲਪ ਤਾਂ ਚਲੋ ਕਈ ਵਾਰੀ ਲਈ ਜਾਂਦੀ ਹੁੰਦੀ ਆ, ਪਰ ਉਹਦੇ 'ਚ ਉਹਨਾਂ ਦੀ ਆਪਣੀ ਪ੍ਰਾਈਵੇਸੀ ਨਹੀਂ ਸੀ ਰਹਿੰਦੀ ਵੀ ਵੋਟ ਕਿਹਨੂੰ ਪਾਈ ਆ। ਹੁਣ ਸਾਰਾ ਕੁਝ ਦੇਖ ਕੇ ਤੇ ਇਹਦੇ ਵਿੱਚੋਂ ਉਹਨਾਂ ਦੇ ਪੂਰੇ ਨਾਂ ਲਿਖੇ ਆ ਤੇ ਟ੍ਰਾਂਸਲੇਸ਼ਨ, ਵੋਟ ਉਹਦੇ 'ਚ ਹੀ ਪਾਉਣੀ ਆ ਬੈਲਟ ਪੇਪਰ 'ਚ। ਵਾਈਟ ਬੈਲਟ ਪੇਪਰ ਆ ਜਿਹੜਾ, ਉਹਦੇ ਵਿੱਚ ਹੀ ਵੋਟ ਪੈਣੀ ਆ। ਤੇ ਪਰ ਇਹ ਸਿਰਫ ਇੱਕ ਟ੍ਰਾਂਸਲੇਸ਼ਨ ਆ। ਇਹ ਟ੍ਰਾਂਸਲੇਸ਼ਨ ਉਹਨਾਂ ਨੇ ਮਤਲਬ ਜਿਹੜਾ ਹੈਗਾ ਬੈਲਟ ਮਤ ਪੱਤਰ ਅਨੁਵਾਦ ਗਾਈਡ, ਅਨੁਵਾਦ ਦਾ ਮਤਲਬ ਹੁੰਦਾ ਟ੍ਰਾਂਸਲੇਸ਼ਨ, ਇੱਕ ਗਾਈਡ ਆ। ਤੇ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਆ ਕਿ ਅਸੀਂ ਉਸ ਕੰਟਰੀ 'ਚ ਰਹਿ ਰਹੇ ਹਾਂ ਜਿੱਥੇ ਸਾਨੂੰ ਬੜੀ ਓਪਰਚੁਨਿਟੀ ਆ।
ਉਹ ਹਰ ਇੱਕ ਨੂੰ ਆਪਣਾ ਸਮਝਦੇ ਆ। ਬਿਲਕੁਲ। ਕੋਈ ਇਹ ਨਹੀਂ ਹੈਗਾ ਵੀ ਜੇ ਉਹ ਇੰਗਲਿਸ਼ ਬੋਲਦੇ ਕੰਟਰੀ ਆ ਤਾਂ ਇੰਗਲਿਸ਼ ਹੀ ਬੋਲਣਾ। ਹੁਣ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ 'ਚ ਤਾਂ ਹੁਣ ਅੱਜ ਕੱਲ੍ਹ ਜਿਹੜਾ ਬੱਚਾ ਜਿਹੜਾ ਸਕੂਲ 'ਚ ਹਿੰਦੀ ਨਹੀਂ ਬੋਲਦਾ ਉਹਨੂੰ ਕੁੱਟ ਪੈ ਜਾਂਦੀ ਆ ਕਿ ਪੰਜਾਬੀ ਕਿਉਂ ਬੋਲਦਾ ਜਾਂ ਇੰਗਲਿਸ਼ ਬੋਲਦਾ ਜਾਂ ਹਿੰਦੀ ਬੋਲਣਾ ਪੈਂਦਾ ਉਹਨਾਂ ਨੂੰ। ਕਈ ਸਕੂਲ ਇਸ ਤਰ੍ਹਾਂ ਦੇ ਬਹੁਤ ਹੈਗੇ ਆ। ਆਪਣੇ ਸਟੇਟ ਵਿੱਚ ਹੀ ਪੰਜਾਬੀ ਜਿਹੜੀ ਆ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ। ਉੱਥੇ ਜਿਹੜੇ ਬੋਰਡ ਆ ਉਹ ਅੰਗਰੇਜ਼ੀ 'ਚ ਆ, ਹਾਲਾਂਕਿ ਜਿਹੜੇ ਸਾਡੀ ਸਟੇਟ ਆ ਪੰਜਾਬੀ ਬੋਲਣ ਵਾਲੀ ਸਟੇਟ ਆ, ਪੰਜਾਬੀ ਸਪੀਕਿੰਗ ਆ। ਨਹੀਂ, ਉਹ ਗੱਲ ਤੁਹਾਡੀ ਠੀਕ ਹੈ ਕਿ ਆਪਣੇ ਇੰਡੀਆ ਦੇ ਵਿੱਚ ਜਿਹੜੇ ਹੈਗੇ ਆ ਕਾਫੀ ਥਾਂ ਤੇ ਪੰਜਾਬੀ ਦੀ ਬਜਾਏ ਹਜੇ ਵੀ ਹਿੰਦੀ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਜੀ ਬਿਲਕੁਲ, ਹਿੰਦੀ ਜਾਂ ਇੰਗਲਿਸ਼ ਦੀ। ਹਾਂਜੀ। ਤੇ ਨਹੀਂ, ਅਸੀਂ ਇਹ ਨਹੀਂ ਕਹਿੰਦੇ ਵੀ ਉਹਦੀ ਨਾ ਕਰੋ, ਮਤਲਬ ਕਹਿਣ ਦਾ ਵੀ ਇਹ ਵੀ ਤੁਸੀਂ ਹਰ ਬੋਲੀ ਨੂੰ ਸਿੱਖੋ, ਪਰ ਜਿਹੜੀ ਸਟੇਟ 'ਚ ਨੇ ਘੱਟੋ ਘੱਟ ਉੱਥੇ ਤਾਂ ਲਾਗੂ ਰੱਖੋ। ਉੱਥੇ ਤਾਂ ਉਹ ਲਾਗੂ ਰੱਖੋ ਨਾ, ਪੰਜਾਬ ਦੇ ਵਿੱਚ ਤਾਂ ਪੰਜਾਬੀ ਚੱਲਣ ਦਿਓ ਨਾ। ਹੁਣ ਇੱਥੇ ਇਹ ਤਾਂ ਹੈ ਨਹੀਂ ਵੀ ਉਹਨਾਂ ਨੇ ਇਹ ਨਹੀਂ ਕਿਹਾ। ਜੇ ਆਪਾਂ ਕਹਿ ਰਹੀਏ ਕਿ ਇੱਥੇ ਵੈਸੇ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਨੇ ਸਾਡੀ ਪੰਜਾਬੀ ਦੀ ਬੈਲਟ ਤਿਆਰ ਕੀਤੀ ਹੈ। ਜੀ ਬਿਲਕੁਲ। ਸਾਡੇ ਪੰਜਾਬ ਦੇ ਵਿੱਚ ਆਪਾਂ ਕਹਿ ਰਹੇ ਹਾਂ ਕਿ ਪੰਜਾਬੀ ਤਿਆਰ ਕਰੋ। ਠੀਕ ਗੱਲ ਹੈ। ਉੱਥੇ ਬਹੁਤ ਸਾਰੀਆਂ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਕਿ ਪੰਜਾਬੀ ਨੂੰ ਖਤਮ ਕਰਨੇ ਤੇ ਤੁਰਿਆ ਕਿ ਇਹਨੂੰ ਕਿਸੇ ਤਰ੍ਹਾਂ ਬਾਹਰ ਕੱਢ ਦਿਓ। ਤੁਸੀਂ ਨੋਟ ਨਹੀਂ ਕੀਤਾ, ਜਿਹੜੀ ਮੈਂ ਚੀਜ਼ ਨੋਟ ਕੀਤੀ ਹੈ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਦਾ ਕਿ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਹਲਕੇ ਹੋਰ ਤਰ੍ਹਾਂ ਬਣਾਤੇ ਕਿ ਪੰਜਾਬ ਨੂੰ ਛੋਟਾ ਕੀਤਾ ਜਾਵੇ। ਜੀ ਬਿਲਕੁਲ। ਪਹਿਲਾਂ 47 ਚ ਛੋਟਾ ਕਰਤਾ, ਅੱਜ ਵੀ ਸਰਕਾਰ ਦਾ ਇਹੀ ਬਣਿਆ ਹੈ ਕਿ ਪੰਜਾਬ ਨੂੰ ਕਿਸ ਤਰੀਕੇ ਨਾਲ ਛੋਟਾ ਕੀਤਾ ਜਾਵੇ। ਵੀ ਪੰਜਾਬੀ ਸੂਬਾ ਕਹਿ ਗਏ, ਬਿਲਕੁਲ। ਉਹ ਤਾਂ ਸੂਬੀ ਜੀ ਰਹਿ ਗਈ। ਪਹਿਲਾਂ ਬਿਲਕੁਲ 47 ਤੋਂ ਬਾਅਦ ਛੋਟਾ ਕੀਤਾ ਜੀ। ਹਾਂਜੀ, ਉਹ ਪੰਜਾਬ ਦਾ ਛੋਟਾ ਜਿਹਾ ਹਿੱਸਾ ਰਹਿ ਗਿਆ। ਫਿਰ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੋਰਚੇ ਲਾਏ ਤੇ ਉਹ ਸੂਬੇ ਦੀ ਥਾਂ ਤੇ ਸੂਬੀ ਬਣ ਗਿਆ। ਬਿਲਕੁਲ ਜੀ। ਹਰਿਆਣਾ ਵੱਖਰਾ ਕੱਢਤਾ, ਹਿਮਾਚਲ ਵੱਖਰਾ ਕੱਢਤਾ। ਇਹ ਸਿਰਫ ਪੰਜਾਬੀਅਤ ਨੂੰ ਖਤਮ ਕਰਨ ਤੇ ਤੁਲੀ ਹੈ ਜਿਹੜੀ ਸੈਂਟਰਲ ਸਰਕਾਰ। ਜੀ ਬਿਲਕੁਲ। ਉਹ ਚਾਹੁੰਦੇ ਨਹੀਂ ਕਿ ਪੰਜਾਬੀਆਂ ਦੀ ਕੋਈ ਹੋਂਦ ਹੋਵੇ। ਆ ਜਿਹੜੇ ਜ਼ਮੀਨਾਂ ਦੇ ਵੀ ਆ ਮਸਲੇ ਜਿਹੜੇ ਆਪਾਂ ਸੋਚ ਰਹੇ ਇੱਥੇ ਬੈਠੇ ਆ, ਇੰਨਾ ਆਪਾਂ ਪ੍ਰਸ਼ਾਸਨ ਦੇ ਨਾਲ ਜਿੱਦਾਂ ਵੀ ਆ ਆਪਾਂ ਲੜਾਈ ਕੀਤੀ, ਕੁਝ ਵੀ ਕੀਤਾ ਇੱਥੋਂ ਬੈਠ ਕੇ, ਪਰ ਇਹ ਸਾਰਾ ਇੱਕ ਪੰਜਾਬ ਨੂੰ ਖਤਮ ਕਰਨੇ ਦੀ ਮੇਰੇ ਹਿਸਾਬ ਨਾਲ ਤਾਂ ਸਕੀਮ ਸੀ ਜਿਹੜੇ 'ਚ ਉਹ ਫੇਲ ਹੋ ਗਿਆ। ਚਲੋ ਆਪਾਂ ਹੁਣ ਅਗਲੀ ਗੱਲ ਫੇਰ ਇਲੈਕਸ਼ਨਾਂ ਤੇ ਦੁਬਾਰਾ ਜ਼ਰੂਰੀ ਆਉਣਾ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਜਿਹੜਾ ਇਲੈਕਸ਼ਨਾਂ ਦੇ ਦਿਨ ਹੀ ਚੱਲ ਰਹੇ। ਬਿਲਕੁਲ। ਹੁਣ ਤੇ ਟੋਟਲ ਸਾਰਿਆਂ ਦਾ ਧਿਆਨ, ਬਹੁਤ ਸਾਰੇ ਜਿਹੜੇ ਸਾਡੇ ਕੈਂਡੀਡੇਟ ਆ ਪੰਜਾਬੀ ਵੀ ਹੈਗੇ ਆ। ਖੁਸ਼ੀ ਦੀ ਗੱਲ ਆ ਕਿ ਆਉਣੇ ਦਾ ਸ਼ੁਰੂ ਹੋ ਗਏ। ਕੈਨੇਡਾ 'ਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਹੈਗੇ ਆ, 7-8 ਐਵਰੇਜ ਹੁੰਦੇ ਹਰ ਵਾਰੀ ਉਹਨਾਂ ਦੇ। ਫਿਰ ਬਹੁਤ ਸਾਰੇ ਮੇਅਰ ਆ, ਬਹੁਤ ਸਾਰੇ ਉਹਨਾਂ ਦੇ ਅਸੈਂਬਲੀ ਮੈਂਬਰ ਆ, ਉਹਨਾਂ ਦੀ ਇਨਵੋਲਵਮੈਂਟ ਬਹੁਤ ਵਧੀਆ। ਈਵਨ ਇੱਕ ਪਾਰਟੀ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਸਰਦਾਰ ਆ, ਸਿੱਖ ਆ, ਤੇ ਇਹ ਖੁਸ਼ੀ ਦੀ ਗੱਲ ਆ ਕਿ ਆਪਣੇ ਉਧਰ ਇਨਵੋਲਵਮੈਂਟ ਬਹੁਤ ਆ। ਇੱਥੇ ਥੋੜੀ ਜਿਹੀ ਪ੍ਰੋਬਲਮ ਆ। ਕੈਨੇਡਾ ਤੇ ਅਮਰੀਕਾ ਦਾ ਜਿਹੜਾ ਜੀਓਗ੍ਰਾਫੀਕਲ ਸਿਸਟਮ ਦਾ ਥੋੜਾ ਜਿਹਾ ਵੱਖਰਾ ਹੋਣ ਕਰਕੇ ਨਾ, ਉਹਦੇ ਕਰਕੇ ਆਪਣਾ ਇੱਥੇ ਅੱਗੇ ਆਉਣਾ ਸੌਖਾ ਨਹੀਂ, ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਰ ਜਿੱਤ ਦੀ ਗੱਲ ਨਹੀਂ ਹੈ ਕਿ ਤੁਸੀਂ ਆਪਣੀ ਕੋਸ਼ਿਸ਼ ਕਰਕੇ ਅੱਗੇ ਵਧਣ ਦੀ ਜ਼ਰੂਰ ਟਰਾਈ ਕਰੋ। ਜਿਹੜੇ ਹੁਣ ਸਾਡੇ ਬੱਚੇ ਸਕੂਲਾਂ 'ਚ ਪੜ੍ਹ ਰਹੇ ਆ, ਉਹਨਾਂ ਨੂੰ ਬਹੁਤ ਸਾਰੀਆਂ ਜਾਣੀ ਕਿ ਇਹ ਸਹੂਲਤਾਂ ਹੈ। ਪੰਜਾਬੀ ਵੀ ਆਉਂਦੀ ਆ ਉਹਨਾਂ ਨੂੰ, ਇੰਗਲਿਸ਼ ਵੀ ਆਉਂਦੀ ਆ ਉਹਨਾਂ ਨੂੰ, ਵਿਚਰਨਾ ਵੀ ਆਉਂਦਾ। ਆਪਣਾ ਕਾਨਫੀਡੈਂਸ ਲੈਵਲ ਲੈ ਕੇ ਲੋਕਾਂ 'ਚ ਵਿਚਰੋ ਤੇ ਜਿਹੜੀਆਂ ਸੀਟਾਂ ਆ ਉਹਨਾਂ ਦੇ ਵਿੱਚ ਆਪਣੀ ਸਿੱਖੀ ਨੂੰ, ਆਪਣੀ ਪੰਜਾਬੀਅਤ ਨੂੰ ਅੱਗੇ ਲਿਆਉਣਾ ਤੇ ਉਹਨਾਂ ਦੇ ਵਿੱਚ ਹਿੱਸਾ ਜ਼ਰੂਰ ਲੈਣਾ ਪੈਣਾ। ਹੁਣ ਇੱਥੇ ਤਰਾਸਦੀ ਕੀ ਆ, ਮੈਂ ਜੀਓਗ੍ਰਾਫੀਕਲ ਦੀ ਜਿਹੜੀ ਗੱਲ ਕਰਦਾ ਸੀ, ਉਹ ਚੱਕਰ ਇਹ ਆ ਜਿਹੜੇ ਕੈਨੇਡਾ 'ਚ ਉਹ ਇੱਕ ਲਿਮਟਡ ਥਾਂ ਤੇ ਜਿਹੜੇ ਲੋਕ ਆ ਉੱਥੇ ਰਹਿੰਦੇ ਆ। ਕੋਈ ਬਹੁਤੇ ਵੱਡੇ ਸਟੇਟਾਂ ਨਹੀਂ ਹੈਗੀਆਂ, ਜੇ ਹੈਗੀਆਂ ਵੀ ਆ, ਜੇ ਸਾਡੇ ਜਿਹੜੇ ਪੰਜਾਬੀ ਰਹਿੰਦੇ ਆ ਉਹ ਇਕੱਠੇ ਰਹਿੰਦੇ ਉਹ ਇੱਕ ਏਰੀਆ 'ਚ ਰਹਿੰਦੇ ਆ। ਉਹਨਾਂ ਦੀ ਆਬਾਦੀ ਬਹੁਤ ਘੱਟ ਆ ਓਵਰਆਲ ਜਿਹੜੀ ਕੈਨੇਡਾ ਦੀ, ਤੇ ਪਰਸੈਂਟੇਜ ਜੇ ਦੇਖਿਆ ਜਾਵੇ, ਗਿਣਤੀ ਦੇਖਿਆ ਜਾਵੇ, ਉਨੀ ਗਿਣਤੀ 1 ਮਿਲੀਅਨ ਦੇ ਕਰੀਬ ਜਿਹੜੇ ਸਿੱਖ ਆ ਜਾਂ ਪੰਜਾਬੀ ਆ ਉਹ ਕੈਨੇਡਾ 'ਚ ਰਹਿੰਦੇ ਆ। ਬਿਲਕੁਲ। ਤੇ 1 ਮਿਲੀਅਨ ਦੇ ਕਰੀਬ ਹੀ ਅਮਰੀਕਾ 'ਚ ਰਹਿੰਦੇ ਆ। ਹਾਂਜੀ। ਹੁਣ ਆਪਾਂ ਜੇ ਇਹਨੂੰ ਕੈਲਕੂਲੇਸ਼ਨ ਥੋੜੀ ਜਿਹੀ ਕਰਦੇ ਹਾਂ। ਹਾਂਜੀ। ਕੈਲਕੂਲੇਸ਼ਨ ਇਸ ਤਰ੍ਹਾਂ ਹੈਗਾ ਕਿ ਉੱਥੇ ਆਬਾਦੀ ਜਿਹੜੀ ਓਵਰਆਲ ਉਹ ਬਹੁਤ ਥੋੜੀ ਆ। ਬਿਲਕੁਲ। ਕੈਨੇਡਾ ਦੀ ਉਹਦੇ ਹਿਸਾਬ ਨਾਲ ਪਰਸੈਂਟੇਜ ਸਾਡੀ ਬਹੁਤ ਬਣ ਜਾਂਦੀ ਆ 1 ਮਿਲੀਅਨ ਦੀ ਜਿਹੜੀ ਵਿੱਚ ਪੈ ਕੇ। ਹਾਂਜੀ। ਹੁਣ ਇੱਥੇ ਜਿਹੜੀ ਆ ਵਰਲਡ ਦੀ ਤੀਜੇ ਨੰਬਰ ਦੀ ਸਾਡੀ ਆਬਾਦੀ ਆ ਜਿਹੜੀ ਅਮਰੀਕਾ ਦੀ। ਹਾਂਜੀ। ਚਾਈਨਾ ਤੋਂ ਬਾਅਦ ਇੰਡੀਆ ਤੋਂ ਬਾਅਦ ਜਿਹੜੀ ਆ ਉਹ ਅਮਰੀਕਾ ਦੀ ਆਬਾਦੀ ਆ ਤੀਜੇ ਨੰਬਰ ਦੀ। ਤੇ ਉਸ ਤੋਂ ਉਹਦੇ ਵਿੱਚ ਜੇ ਦੇਖਿਆ ਜਾਵੇ ਤੇ ਆਪਾਂ ਜੇ 1 ਮਿਲੀਅਨ ਵੀ ਪਾ ਲਈਏ ਤੇ ਉਹ ਪਰਸੈਂਟੇਜ ਕੁਛ ਵੀ ਨਹੀਂ ਰਹਿ ਜਾਂਦੀ, ਮਾਈਨਸ ਨਹੀਂ ਰਹਿ ਜਾਂਦੀ। ਬਿਲਕੁਲ। ਦੂਜਾ ਗੱਲ ਇਹ ਆ, ਇੱਥੇ ਜਦੋਂ ਜਿਹੜੇ ਆਪਣੇ ਪੰਜਾਬੀ ਲੋਕ ਆ ਉਹ ਇੱਕ ਏਰੀਆ 'ਚ ਨਹੀਂ ਰਹਿੰਦੇ। ਸਹੀ ਗੱਲ ਹੈ, ਇਹ ਸਾਰੇ ਵਿਖਰੇ ਹੋਏ ਕੁਛ ਏਰੀਆ 'ਚ ਹੈਗੇ ਆ, ਜਿਵੇਂ ਨਿਊਯਾਰਕ ਦੇ ਕੁਛ ਏਰੀਆ ਹੈਗੇ ਆ ਇਸ ਤਰ੍ਹਾਂ ਦੇ
ਜਿੱਥੇ ਕੋਈ ਪੰਜਾਬੀ ਇੱਕ ਏਰੀਆ 'ਚ, ਪਰ ਓਵਰਆਲ ਜੇ ਦੇਖਿਆ ਜਾਵੇ ਨਹੀਂ ਇਹ ਗੱਲ ਤੁਹਾਡੀ ਬਿਲਕੁਲ, ਆਪਣੇ ਜਿਹੜੇ ਪੰਜਾਬੀ ਆ ਨਾ ਸਾਰੇ ਠੰਡੇ ਹੋਏ ਆ। ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਵਸੇ ਹੋਏ ਆ, ਜੀ। ਕੋਈ ਇੱਕ ਥਾਂ ਨਹੀਂ, ਪਰ ਥੋੜੇ ਜਿਹੇ ਸ਼ਹਿਰ ਹੈਗੇ ਜਿਵੇਂ ਆਪਾਂ ਕਹਿ ਸਕਦੇ ਆ ਯੂਬਾ ਸਿਟੀ ਹੋਇਆ, ਫ੍ਰੈਜ਼ਨੋ ਹੋਇਆ, ਬੇਕਰਸਫੀਲਡ ਹੋਇਆ। ਇਹ ਸ਼ਹਿਰ ਦੇ ਵਿੱਚ ਜਿਵੇਂ ਹੁਣ ਆਪਾਂ ਕਹਿ ਸਕਦੇ ਆ ਬੇਕਰਸਫੀਲਡ ਦੇ ਵਿੱਚ ਘੱਟ ਤੋਂ ਘੱਟ ਵੀ 40-50 ਹਜ਼ਾਰ ਪੰਜਾਬੀ ਇੱਕ ਥਾਂ ਤੇ ਆ, ਯੂਬਾ ਸਿਟੀ 'ਚ 25-30 ਹਜ਼ਾਰ ਪੰਜਾਬੀ ਇੱਕ ਥਾਂ ਤੇ ਆ, ਫ੍ਰੈਜ਼ਨੋ ਵਿੱਚ 40-50 ਹਜ਼ਾਰ ਪੰਜਾਬੀ ਇੱਕ ਥਾਂ ਤੇ ਆ। ਦੇਖੋ ਤੁਸੀਂ ਯੂਬਾ ਸਿਟੀ ਦਾ ਨਾਂ ਲਿਆ, ਉੱਥੇ ਆਪਣੇ 2 ਮੇਅਰ ਹੁਣ ਤੱਕ ਹੋ ਚੁੱਕੇ ਆ। ਹਾਂਜੀ ਹਾਂਜੀ, ਇੱਕ ਲੇਡੀ ਸੀ, ਇੱਕ ਜੈਂਟ ਸੀ। ਉਸ ਤੋਂ ਬਾਅਦ ਸਾਡਾ ਇੱਕ ਕੌਂਸਲ ਮੈਂਬਰ ਵੀ ਉੱਥੋਂ ਜਿੱਤ ਚੁੱਕਿਆ। ਦੈਨ ਹੁਣ ਵੀ ਕੌਂਸਲ ਮੈਂਬਰ ਇੱਕ ਖੜਾ, ਫਿਰ ਇੱਕ ਸਾਡਾ ਕਾਊਂਟੀ ਸੁਪਰਵਾਈਜ਼ਰ ਜਿਹੜਾ ਉਹ ਵੀ ਉੱਥੋਂ ਬਕਾਇਦਾ ਤੌਰ ਤੇ ਇਲੈਕਸ਼ਨ ਜਿਹੜਾ ਉਹ ਜਿੱਤ ਚੁੱਕਾ। ਹੋਰ ਵੀ ਕੁਝ ਜਿਹੜੇ ਉੱਥੇ ਸਕੂਲ ਬੋਰਡ ਦੇ ਵੀ ਜਿਹੜੇ ਹੈਗੇ ਆ, ਉਹ ਵੀ ਬਹੁਤ ਸਾਰੇ ਸਾਡੇ ਸਿੱਖਾਂ 'ਚੋਂ ਹੀ ਜਾਂ ਪੰਜਾਬੀਆਂ 'ਚੋਂ ਉਹ ਅੱਗੇ ਆਏ ਆ। ਇਸੇ ਤਰੀਕੇ ਨਾਲ ਹੁਣ ਜੇ ਐਲਕ ਗਰੋਵ ਦਾ ਨਾਂ ਲਈਏ, ਇੱਥੇ ਵੀ ਸਾਡੀ ਜਿਹੜੀ ਮੇਅਰ ਆ ਉਹ ਸਿੱਖ ਆ। ਕੁਝ ਹੋਰ ਏਰੀਆ 'ਚ ਵੀ ਜਿਹੜੇ ਈਵਨ ਮੋਡੈਸਟੋ ਦੇ ਵਾਈਸ ਮੇਅਰ ਵੀ ਸਾਡੇ ਸਿੱਖ ਰਹੇ ਆ, ਉਹ ਹੁਣ ਕਾਊਂਟੀ ਸੁਪਰਵਾਈਜ਼ਰ ਅੱਜ ਕੱਲ੍ਹ ਹੁਣ ਇਹਨਾਂ ਦਿਨਾਂ 'ਚ। ਹਾਂਜੀ, ਫਿਰ ਇੱਕ ਸਾਡੇ ਨਿਊ ਜਰਸੀ 'ਚ ਮੇਅਰ ਹੈਗੇ ਆ। ਹਾਂਜੀ, ਬਹੁਤ ਵੱਖਰੇ ਇੱਕ ਜੇ ਆਪਾਂ ਵੱਡੀਆਂ ਸੀਟਾਂ ਦਾ ਦੇਖੀਏ ਤੇ ਅੱਜ ਤੋਂ ਤਕਰੀਬਨ 60 ਸਾਲ ਪਹਿਲਾਂ ਸਾਡੇ ਦਲੀਪ ਸਿੰਘ ਸੌਂਦ ਜਿਹੜੇ ਸੀ ਉਹ ਕਾਂਗਰਸਮੈਨ ਵੀ ਰਹਿ ਚੁੱਕੇ ਇੱਥੇ। ਬਿਲਕੁਲ ਜੀ। ਤੇ ਲੋਕਾਂ ਨੇ ਸ਼ੁਰੂਆਤ ਤਾਂ ਕੀਤੀ ਪਰ ਇੰਨੀ ਵੱਡੀ ਪੱਧਰ ਤੇ ਨਹੀਂ ਕੀਤੀ ਕਿ ਅਸੀਂ ਮਤਲਬ ਬਹੁਤ ਵੱਡੇ ਪੱਧਰ ਤੇ ਜਿਹੜਾ ਉਹ ਰਾਜਨੀਤੀ ਵਿੱਚ, ਅਮਰੀਕਾ ਦੀ ਰਾਜਨੀਤੀ ਵਿੱਚ ਆ। ਮੇਰੇ ਖਿਆਲ ਦੇ ਨਾਲ ਜੋ ਮੇਰੀ ਓਪੀਨੀਅਨ ਆ, ਜਿਹੜੇ ਆਹ ਇਲੈਕਸ਼ਨਾਂ ਦੇ ਵਿੱਚ ਜੁੜ ਨਹੀਂ ਨਾ ਰਹੇ, ਉਹ ਆਪਣੇ ਆਪ ਨੂੰ ਲਿਮਿਟਿਡ ਕਰਕੇ ਬੈਠੇ ਆ ਕਿ ਜੇ ਅਸੀਂ ਖੜੇ ਵੀ ਹੋ ਗਏ ਸਾਨੂੰ ਸਿਰਫ ਪੰਜਾਬੀਆਂ ਦੀ ਵੋਟ ਆਉਣੀ ਹੈ। ਨਹੀਂ, ਤੁਸੀਂ ਇੱਕ ਵਾਰੀ ਖੜੇ ਤਾਂ ਹੋਵੋ, ਸਾਰਾ ਜ਼ਮਾਨਾ ਤੁਹਾਡੇ ਨਾਲ ਚੱਲੂਗਾ। ਕੰਪਲੈਕਸ ਹੈ, ਹਾਂ ਕੰਪਲੈਕਸ ਹੈ ਇਹਨਾਂ ਨੂੰ। ਬਿਲਕੁਲ, ਤੁਸੀਂ ਇਹ ਸੋਚ ਕੇ ਨਾ ਚਲੋ ਅਸੀਂ ਪੰਜਾਬੀ ਹੈ ਤੇ ਸਿਰਫ ਸਾਨੂੰ ਪੰਜਾਬੀਆਂ ਦੀ ਵੋਟ ਪੈਣੀ ਆ, ਇਸ ਕਰਕੇ ਤੁਸੀਂ ਜ਼ਰੂਰ ਇਹਦੇ 'ਚ ਹਿੱਸਾ ਲਓ, ਕਿਉਂਕਿ ਜਦ ਤੁਸੀਂ ਖੜ ਗਏ ਆ ਤੁਹਾਡੇ ਨਾਲ ਹਿਸਪੈਨਿਕ ਕਮਿਊਨਿਟੀ ਨੇ ਵੀ ਖੜਨਾ ਤੇ ਗੋਰਿਆਂ ਨੇ ਵੀ ਖੜਨਾ, ਕਾਲਿਆਂ ਨੇ ਵੀ ਖੜਨਾ, ਸਾਰੀਆਂ ਕਮਿਊਨਿਟੀਆਂ ਨੇ ਦੇਖਣਾ ਕਿ ਤੁਸੀਂ ਬੋਲਦੇ ਕੀ ਆ ਤੇ ਕਰਦੇ ਕੀ ਆ। ਜੀ, ਉਹਨਾਂ ਨੇ ਕੰਮ ਦੇਖਣਾ, ਉਹਨਾਂ ਨੇ ਕੰਮ ਦੇਖਣਾ, ਤੁਹਾਡੀ ਪਰਸਨੈਲਿਟੀ ਦੇਖਣੀ ਹੈ, ਤੁਹਾਡੀ ਐਜੂਕੇਸ਼ਨ ਦੇਖਣੀ ਹੈ, ਤੁਹਾਡਾ ਕੰਮ ਦੇਖਣਾ। ਬਿਲਕੁਲ, ਤੇ ਇਹ ਬੜਾ ਜ਼ਰੂਰੀ ਹੈ ਕਿ ਪੋਲਿਟਿਕਸ 'ਚ ਇਨਵੋਲਵ ਹੋਣਾ ਇਸ ਵੇਲੇ ਸਭ ਤੋਂ ਜ਼ਿਆਦਾ ਜੇ ਜ਼ਰੂਰੀ ਆ। ਉਹ ਦੇਖੋ, ਮੈਂ ਇਕੱਲਾ ਪੋਲਿਟਿਕਸ ਦੀ ਗੱਲ ਨਹੀਂ ਕਰਦਾ। ਪੋਲਿਟਿਕਸ 'ਚ ਪਹਿਲਾਂ ਇੱਕ ਗੱਲ ਹੋਰ ਮੈਨੂੰ ਯਾਦ ਆ ਗਈ ਆ ਕਿ ਪੋਲਿਟਿਕਸ 'ਚ ਜਦੋਂ ਕੋਈ ਸਿੱਖ ਦਸਤਾਰਧਾਰੀ ਖਾਸ ਤੌਰ ਤੇ ਆਉਂਦਾ ਤੇ ਸਾਡੇ ਆਪਣੇ ਹੀ ਲੱਤਾਂ ਖਿੱਚਣ ਵਾਲੇ ਵੀ ਬੜੇ ਆ। ਬਿਲਕੁਲ ਜੀ, ਇਹ ਸਾਡੇ ਨਾਲ ਅੱਗੇ ਕਿਵੇਂ ਵਧ ਗਿਆ, ਇਹ ਸਭ ਤੋਂ ਵੱਡੀ ਤਰਾਸਦੀ ਆ। ਬਿਲਕੁਲ, ਇਹ ਗੱਲ 'ਚ ਦੋ ਰਾਮਾਂ ਨਹੀਂ ਹੈਗੀਆਂ ਕਿ ਆਪਣੇ ਹੀ ਬੰਦੇ ਕਈ ਵਾਰ ਆਪਣੇ ਬੰਦਿਆਂ ਨੂੰ ਘੜੀਸਣ ਲੱਗ ਜਾਂਦੇ ਆ। ਬਿਲਕੁਲ, ਹਾਂਜੀ, ਕਿਉਂਕਿ ਇਹ ਇਹਨਾਂ ਨੂੰ ਥੋੜਾ ਜਿਹਾ ਰੱਖਣਾ ਚਾਹੀਦਾ। ਜੇ ਕੋਈ ਅੱਗੇ ਆਉਂਦਾ ਆਉਣ ਦਿਓ, ਉਹਦੇ ਤਾਂ ਬਕਾਇਦਾ ਉਹਦੇ ਖਿਲਾਫ ਬੋਲਣਾ ਸ਼ੁਰੂ ਹੋ ਜਾਣਗੇ, ਉਹਦੇ ਪੋਤੜੇ ਫੋੜਨੇ। ਮੈਂ ਇਹਨੂੰ ਹੋਰ ਹਿਸਾਬ ਇਹ ਕਾਮਯਾਬ ਹੋ ਗਿਆ, ਅਸੀਂ ਮਤਲਬ ਕਈ ਵਾਰੀ ਹੁੰਦਾ ਨਾ ਵੀ ਅਸੀਂ ਕਾਮਯਾਬ ਹੋਏ ਨਹੀਂ, ਇਹ ਕਿਉਂ ਹੋ ਰਿਹਾ? ਬਿਲਕੁਲ ਜੀ, ਇਹਨੂੰ ਜੈਲਸ ਕਹਿੰਦੇ ਆ। ਇਹਨੂੰ ਜੈਲਸ ਵੀ ਕਹਿੰਦੇ ਨੇ, ਪਰ ਮੈਂ ਇਹਨੂੰ ਹੋਰ ਹਿਸਾਬ ਨਾਲ ਕਹਿੰਦਾ ਹੁੰਦਾ। ਮੈਂ ਬਹੁਤ ਸਾਰੇ ਲੋਕਾਂ ਦੇ ਨਾਲ ਵਿਚਰਦਾ ਵੀ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦਾ ਹੁੰਦਾ। ਹੁਣ ਹਰ ਇੱਕ ਬੰਦੇ ਦਾ ਕੋਈ ਪਲੇਟਫਾਰਮ ਹੁੰਦਾ। ਜੀ ਜੀ, ਹੁਣ ਜਿਵੇਂ ਤੁਹਾਡਾ ਪਲੇਟਫਾਰਮ ਆ, ਤੁਸੀਂ ਮਿਲੀਅਨਸ ਲੋਕਾਂ ਦੇ ਵਿੱਚ ਵਿਚਰਦੇ ਆ ਹੈ। ਹੁਣ ਇੱਕ ਬੰਦਾ ਆ ਉਹ ਸਿਰਫ ਘਰ ਦੇ ਵਿੱਚ ਵਿਚਰਨ ਵਾਲਾ ਹੁੰਦਾ, ਜੇ ਘਰ ਦੇ 5 ਜੀਆਂ 'ਚ ਵਿਚਰਨੇ ਵਾਲਾ ਹੁੰਦਾ, ਪਰ ਜਦੋਂ ਉਹ ਦੇਖਦਾ ਕਿ ਬਈ ਇਹਨੂੰ ਲੱਖਾਂ ਲੋਕੀ ਜਾਣਦੇ ਆ ਤੇ ਸਾਨੂੰ 5 ਜਣੇ ਜਾਣਦੇ, ਉਹਨਾਂ ਨੇ ਕੋਈ ਨਾ ਕੋਈ ਬਹਾਨਾ ਲਾਉਣਾ ਹੁੰਦਾ ਜਿਹਦੇ ਨਾਲ ਉਹਨੂੰ ਇਹ ਲੱਗਦਾ ਕਿ ਮੈਂ ਇਹਦੇ ਨਾਲੋਂ ਬੈਟਰ ਆ। ਬਿਲਕੁਲ, ਨਹੀਂ ਇਹ ਅੱਗੇ ਕਿਵੇਂ ਆ ਗਿਆ, ਇਹ ਅੱਗੇ ਕਿਵੇਂ ਨਹੀਂ ਉਹਨੇ ਕਹਿਣਾ, ਇਹ ਅੱਗੇ ਕਿਵੇਂ ਉਹਨੇ ਨਹੀਂ ਕਹਿਣਾ, ਉਹਨੇ ਇਹ ਕਹਿਣਾ ਆਪ ਕਰਨਾ ਕੋਈ ਤੇਰੇ ਚ ਆਹ ਕਮੀਆਂ ਆ, ਬੇਵਜ੍ਹਾ ਕਮੀਆਂ ਕੱਢੀ ਜਾਣਗੇ। ਮਤਲਬ ਕਈਆਂ ਦਾ ਕੰਮ ਹੀ ਇਹੋ ਹੁੰਦਾ, ਸੋਸ਼ਲ ਮੀਡੀਆ ਬਹਿ ਗਏ ਹੈ ਜੀ, ਇਹ ਬੰਦੇ ਨੇ ਆਹ ਜੀ, ਇਹ ਬੰਦੇ ਵੀ ਦੇ ਦੋ ਤਾਂ ਚੰਗੇ ਕੰਮ ਤਾਂ ਦੇਖ ਲਓ। ਜੇ ਤੁਸੀਂ ਸੋਸ਼ਲ ਮੀਡੀਆ ਦੇ ਉਹਦੇ ਮਾੜੇ ਕੰਮ ਦੱਸਦੇ ਹੋ, ਉਹ ਚੰਗੇ ਕੰਮ ਵੀ ਦੱਸੋ ਵੀ ਬੰਦਾ ਚੰਗੇ ਕੰਮ ਕਰਦਾ ਕੀ ਆ। ਬਿਲਕੁਲ, ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਹੁੰਦਾ, ਭਾਜੀ ਜਿਹੜੀਆਂ ਤੁਸੀਂ ਆਹ ਗੱਲਾਂ ਕਹਿ ਰਹੇ ਆ ਨਾ 5 ਬੰਦਿਆਂ 'ਚ ਬੈਠ ਕੇ, ਜਿੱਦਣ ਤੁਸੀਂ 5000 ਬੰਦੇ ਵਿੱਚ ਇਹ ਗੱਲ ਕਹਿਣ ਜੋਗੇ ਹੋ ਗਏ ਨਾ ਜੀ, ਉਦੋਂ ਤੁਸੀਂ ਕਾਮਯਾਬ ਆ। ਜਿੰਨਾ ਚਿਰ 5 'ਚ ਬੈਠ ਕੇ ਗੱਲ ਕਰਦੇ ਆ ਨਾ, ਮੈਂ ਨਹੀਂ ਕਹਿ ਰਿਹਾ ਕਿ ਤੁਸੀਂ ਮੇਰੇ ਨਾਲ ਬਹਿਸ ਕਰੋ ਇਸ ਗੱਲ ਤੇ, ਕਿਉਂਕਿ ਜੇ ਮੇਰੇ ਨਾਲ ਬਹਿਸ ਕਰਨੀ ਆ ਤੁਸੀਂ ਵੱਡੇ ਪਲੇਟਫਾਰਮ ਤੇ ਕਰੋ, ਜਾਂ ਟੀਵੀ ਤੇ ਕਰੋ ਜਾਂ ਰੇਡੀਓ ਤੇ ਕਰੇ, ਜਿੱਥੇ ਅਸੀਂ ਲੋਕਾਂ ਦੀ ਨਾਲ ਓਪੀਨੀਅਨ ਲੈ ਸਕਦੇ ਆ। ਤੁਸੀਂ ਆਪਣੀ ਗੱਲ ਇੱਕ ਬੰਦੇ ਦੀ ਰੱਖ ਰਹੇ ਆ, ਉਹ ਵੀ ਘਰ 'ਚ 5 ਬੰਦਿਆਂ ਦੇ ਵਿੱਚ ਵਿਚਰਨ ਦੇ ਨਾਲ, ਅਸੀਂ ਲੱਖਾਂ ਬੰਦਿਆਂ ਦੇ ਵਿੱਚ ਵਿਚਰ ਕੇ ਉਹ ਗੱਲ ਕਰਦੇ ਆ। ਇਹਨਾਂ ਲੋਕਾਂ ਨੂੰ ਜਿਹੜੇ ਲੋਕ ਦੂਜਿਆਂ ਪੰਜਾਬੀ ਕਮਿਊਨਿਟੀ ਦੀ ਜਾਂ ਸਿੱਖ ਕਮਿਊਨਿਟੀ ਦੀ ਬੇਇੱਜ਼ਤੀ ਕਰਦੇ ਆ ਨਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਜੋ ਬੋਲ ਰਹੇ ਹੋ ਤੁਹਾਡੀ ਆਪਣੀ, ਤੁਹਾਨੂੰ ਵੀ ਦੁਨੀਆ ਦੇਖ ਰਹੀ ਆ ਵੀ ਤੁਹਾਡਾ ਤਾਂ ਕੰਮ ਹੀ ਇਹੀ ਆ ਵੀ ਤੁਸੀਂ ਤੇ ਬਹਿ ਜਾਣਾ ਉੱਥੇ ਸੋਸ਼ਲ ਮੀਡੀਆ ਤੇ ਆਹ ਮਾੜਾ ਆਹ ਮਾੜਾ ਆਹ ਮਾੜਾ। ਉਹਨਾਂ ਦਾ ਜੇ ਤੁਸੀਂ ਪੂਰਾ ਦੇਖ ਲਓ ਨਾ
ਉਹਦਾ ਟਾਈਮਲਾਈਨ ਦੇਖੋ, ਤੁਹਾਨੂੰ ਇੱਕ ਵੀ ਬੰਦੇ ਦੀ ਤਾਰੀਫ ਕਰਦਾ ਨਹੀਂ ਦਿਖੂਗਾ ਬੰਦਾ, ਇਹ ਵੀ ਨਾਲ ਆ। ਬਿਲਕੁਲ ਮੈਂ ਆ ਜਿਹੜੀ ਹੁਣ ਹਾਰਡ ਵਰਕ ਆ ਜਾਂ ਕਮਿਊਨਿਟੀ ਦੇ ਵਿੱਚ ਵਿਚਰਨਾ, ਇਹ ਇੱਕ ਬਹੁਤ ਵੱਡੀ ਕਮਾਈ ਆ। ਹੁਣ ਮੈਂ ਤੁਹਾਨੂੰ ਇਸ ਗੱਲ ਤੇ ਸਲੂਟ ਮਾਰਦਾ ਕਿ ਤੁਸੀਂ ਦੇਖੋ, ਪਹਿਲੀ ਗੱਲ ਮੀਡੀਆ ਦੇ ਨਾਲ ਪਿਛਲੇ 20 ਸਾਲ ਤੋਂ ਜੁੜੇ ਆ, ਜ਼ਿਆਦਾ ਹੋ ਗਏ ਜੀ 20 ਸਾਲ ਤੋਂ, ਜਾਣੀ ਕਿ ਮੈਨੂੰ ਜਾਣਦੇ ਹੋ ਗਏ ਨਾ ਆਪਾਂ ਨੂੰ ਇੱਕ ਦੂਸਰੇ ਨਾ, ਤੇ ਮੈਂ ਤਾਂ 20 ਸਾਲ ਦਾ ਹੀ ਕਹਾਂਗਾ ਕਿਉਂਕਿ ਉਦੋਂ ਦੇ ਆਪਾਂ ਮਿਲੇ ਆ। ਪਰ ਤੁਹਾਡਾ ਮੀਡੀਆ ਦੇ ਵਿੱਚ ਵਿਚਰਨਾ, ਤੁਸੀਂ ਲੋਕਾਂ ਦੇ ਵਿੱਚ ਵਿਚਰਦੇ ਆ, ਹੁਣ ਆਪਾਂ ਵੀ ਵਿਚਰਦੇ ਆ, ਪਰ ਜਿੰਨਾ ਚਿਰ ਤੁਸੀਂ ਬਾਹਰ ਜਾਓਗੇ ਲੋਕਾਂ ਦੇ ਵਿੱਚ ਤੁਹਾਡੀ ਹੋਂਦ ਨਹੀਂ। ਪਰ ਇਸ ਗੱਲ ਨੂੰ ਜੈਲਸ ਕਰਨ ਦੀ ਲੋੜ ਨਹੀਂ ਹੈਗੀ। ਇਹ ਦੇਖੋ ਕਿ ਅਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਮੇਰਾ ਨੂੰ ਮਿਲਦੇ ਆ, ਹਰ ਇੱਕ ਜਿਹੜਾ ਵੀ ਬੰਦਾ ਇਲੈਕਸ਼ਨ ਲਈ ਉਹਨਾਂ ਨੂੰ ਫੰਡ ਰੇਜ਼ਿੰਗ ਵੀ ਕਰਦੇ ਆ, ਤੇ ਜੇ ਅਸੀਂ ਉਹਨਾਂ ਵਿੱਚ ਵਿਚਰਦੇ, ਕੱਲ ਨੂੰ ਕਮਿਊਨਿਟੀ ਦਾ ਕੋਈ ਕੰਮ ਆ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੁੰਦਾ। ਮੈਂ ਬਹੁਤ ਵਾਰੀ ਮੈਂ ਲੋਕਾਂ ਦੀਆਂ ਪ੍ਰੋਬਲਮਾਂ ਲੈ ਕੇ ਹੱਲ ਕਰਦਾ, ਉਹਨਾਂ ਨੂੰ ਜਾਂ ਪਤਾ ਲੱਗਦਾ ਬੌਬ ਵਿਰਕ ਨੇ ਬੰਦਾ ਭੇਜਿਆ, ਉਹਦਾ ਕੰਮ ਪ੍ਰਾਇੋਰਟੀ ਬੇਸ ਤੇ ਹੁੰਦਾ ਕਿ ਅਸੀਂ ਫੰਡ ਰੇਜ਼ਿੰਗ ਵੀ ਇਹਦੇ ਤੋਂ ਲੈਂਦੇ ਆ ਜੀ। ਤੇ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਕਰੋ। ਆ ਜਿਹੜੇ ਇਲੈਕਸ਼ਨ ਆ ਇਹਨਾਂ ਦੇ ਵਿੱਚ ਜੇ ਤੁਸੀਂ ਬਾਹਰ ਨਾ ਨਿਕਲੇ ਨਾ, ਤੇ ਫਿਰ ਆਪਣੀ ਕਮਿਊਨਿਟੀ ਪਿੱਛੇ ਜਾਣੀ ਆ। ਵੀਰੋ, ਤੁਹਾਨੂੰ ਇਹੀ ਰਿਕੁਐਸਟ ਕਰਦਾ ਵੀਰੋ, ਭਰਾਵੋ, ਭੈਣੋ, ਕਿ ਤੁਸੀਂ ਇਹ ਬੈਲਟ ਨੂੰ ਖੋਲੋ ਤੇ ਵੋਟਾਂ ਪਾਓ, ਤੇ ਸਾਡੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲਿਆਓ। ਠੀਕ ਆ, ਬਿਲਕੁਲ। ਜਿਵੇਂ ਤੁਸੀਂ ਹੁਣ ਫੰਡ ਰੇਜ਼ ਦੀ ਗੱਲ ਕੀਤੀ ਆ, ਫੰਡ ਰੇਜ਼ਿੰਗ ਕਰਨਾ ਵੀ ਬੜਾ ਜ਼ਰੂਰੀ ਆ। ਜਿੰਨਾ ਚਿਰ ਤੁਸੀਂ ਕੈਂਡੀਡੇਟਸ ਨੂੰ, ਕੋਈ ਵੀ ਕੈਂਡੀਡੇਟ ਤੁਹਾਡੇ ਹਲਕੇ ਦੇ ਜਿਹੜੇ ਹੈਗੇ ਆ, ਉਹਨਾਂ ਨੂੰ ਮਿਲਦੇ ਨਹੀਂ, ਉਹਨਾਂ ਲਈ ਫੰਡ ਰੇਜ਼ ਨਹੀਂ ਕਰਦੇ, ਉਹ ਤੁਹਾਡਾ ਨਹੀਂ ਅੱਗੇ ਤੋਂ ਸੋਚਣਗੇ ਬਹੁਤੇ, ਇੰਨੀ ਪਾਰਸ਼ੈਲਿਟੀ ਤਾਂ ਨਹੀਂ ਕਰਦੇ, ਪਰ ਉਹਨਾਂ ਨੂੰ ਹੋ ਜਾਂਦਾ ਵੀ ਸਾਡੀ ਜਿਹੜੀ ਇਹ ਕਮਿਊਨਿਟੀ, ਪੰਜਾਬੀ ਕਮਿਊਨਿਟੀ ਹੈ, ਸਿੱਖ ਕਮਿਊਨਿਟੀ ਆ, ਇਹਨੇ ਸਾਡੇ ਲਈ ਕੀਤਾ, ਕੱਲ ਨੂੰ ਅਸੀਂ ਕੋਈ ਕਾਨੂੰਨ ਬਣਾਉਣਾ ਜਾਂ ਕੋਈ ਮਤਾ ਪਾਸ ਕਰਾਉਣਾ, ਇਹ ਜਦੋਂ ਆਉਣਗੇ ਸਾਡੇ ਕੋਲ, ਅਸੀਂ ਵੱਧ ਚੜ ਕੇ ਉਹਨਾਂ ਦੀ ਹੈਲਪ ਕਰਾਂਗੇ। ਸਾਨੂੰ ਇਹਦੀ ਬੜੀ ਲੋੜ ਹੈ ਇਸ ਵੇਲੇ। ਬਿਲਕੁਲ ਜੀ, ਮੈਂ ਤੁਹਾਨੂੰ ਦੱਸਦਾ, ਮੇਰੇ ਕੋਲ 1-2 ਕੈਂਡੀਡੇਟ ਆਏ, ਕਹਿੰਦੇ ਜੀ ਸਾਡਾ ਆਹ ਜਿਹੜਾ ਆ ਇਸ ਜਗ੍ਹਾ ਤੇ ਸਾਈਨ ਆ, ਸਾਡਾ ਬਿਜ਼ਨਸ ਆ, ਸਾਨੂੰ ਕਾਉਂਟੀ ਕਹਿੰਦੇ ਆਹ ਸਾਈਨ ਜਿਹੜਾ ਇਦਾਂ ਨਹੀਂ ਕਰਨ ਦਿੰਦੀ, ਉਦਾਂ ਨਹੀਂ ਕਰਨ ਦਿੰਦੀ। ਮੈਂ ਕਿਹਾ ਜੀ ਤੁਸੀਂ ਇਦਾਂ ਕਰੋ, ਤੁਸੀਂ ਮੇਰੇ ਨਾਲ ਕਾਉਂਟੀ ਆਫਿਸ ਚੱਲੋ, ਮੈਂ ਹੁਣੇ ਤੁਹਾਡੀ ਅਪਾਇੰਟਮੈਂਟ ਫਿਕਸ ਕਰਨਾ। ਉੱਥੇ ਗਏ ਕਾਉਂਟੀ 'ਚ, ਜਦ ਉਹਨਾਂ ਨੂੰ ਪਤਾ ਲੱਗਿਆ ਕਿ ਸਪੈਸ਼ਲੀ ਇਹ ਇੱਕ ਰਿਸਪੈਕਟ ਹੈ ਕਿ ਬੌਬ ਲੈ ਕੇ ਆ ਰਿਹਾ ਬੰਦਿਆਂ ਨੂੰ, ਉਹਨਾਂ ਨੇ 4-5 ਮਿੰਟਾਂ 'ਚ ਸਾਰੇ ਸੁਪਰਵਾਈਜ਼ਰ ਇਕੱਠੇ ਕਰਕੇ ਜਿਹੜਾ ਕੰਮ ਉਹਨਾਂ ਦਾ 6 ਮਹੀਨਿਆਂ 'ਚ ਹੋਣਾ ਸੀ, ਮੇਰਾ ਖਿਆਲ 6 ਮਿੰਟਾਂ 'ਚ ਕਰਕੇ ਤੋੜ ਦਿੱਤਾ। ਗੈਟ ਇਨਵੋਲਵਡ। ਜੇ ਤੁਸੀਂ ਇਨਵੋਲਵ ਥੋੜਾ ਜਿਹਾ, ਬੜੇ ਮਸਲੇ ਹੱਲ ਹੋ ਜਾਂਦੇ ਆ। ਹਟ ਕੇ ਹੁਣ ਥੋੜਾ ਜਿਹਾ ਇੱਕ ਹੋਰ ਵੀ ਆਪਾਂ ਥੋੜੇ ਜਿਹੇ ਮਸਲੇ ਜਿਹੜੇ ਹੈਗੇ ਆ, ਲੋਕਲ ਮਸਲੇ ਜਿਹੜੇ ਅਮਰੀਕਾ ਦੇ, ਉਹਦੇ ਬਾਰੇ ਵੀ ਆਪਾਂ ਥੋੜੀਆਂ ਜਿਹੀਆਂ ਚਰਚਾ ਕਰ ਲਈਏ। ਬਹੁਤ ਸਾਰੇ ਲੋਕ ਜਿਹੜੇ ਆ ਲੰਮੇ ਸਮੇਂ ਤੋਂ ਜਿਹੜੇ ਆ ਬਾਰਡਰ ਟੱਪ ਕੇ ਸਾਡੇ ਅਮਰੀਕਾ ਵਿੱਚ ਆ ਰਹੇ, ਖਾਸ ਕਰਕੇ ਮੈਕਸੀਕੋ ਦਾ ਜਿਹੜਾ ਬਾਰਡਰ ਆ, ਉੱਥੋਂ ਬਹੁਤ ਸਾਰੇ ਲੋਕ ਆ ਰਹੇ। ਪਹਿਲਾਂ ਤਾਂ ਜੰਗਲਾਂ 'ਚ ਆਉਂਦੇ ਹੁੰਦੇ ਸੀ, ਤੇ ਹੁਣ ਜਿਹੜਾ ਆ ਰਹੇ ਆ ਉਹ ਮੈਕਸੀਕੋ ਦਾ ਵੀਜ਼ਾ ਲਵਾਉਂਦੇ ਆ, ਉੱਥੋਂ ਉਹਨਾਂ ਦੇ ਏਜੰਟ ਹੁੰਦੇ ਆ, ਤੇ ਉਹ ਬਾਰਡਰ ਜਿਹੜਾ ਦੂਜੇ-ਤੀਜੇ ਦਿਨ ਹੀ ਜਿਹੜਾ ਉਹ ਟਪਾ ਦਿੰਦੇ ਆ। ਅੱਛਾ ਜੀ। ਆਉਂਦੇ ਸਾਰ ਉਹਨਾਂ ਨੂੰ ਇੱਥੇ ਪੋਲੀਟੀਕਲ ਅਸਾਈਲਮ ਜਿਹੜੀ ਬਾਰਡਰ ਤੇ ਉਹਨਾਂ ਦਾ ਅਪਲਾਈ ਹੋ ਜਾਂਦਾ, ਡੀਲ ਹੋ ਜਾਂਦੀ ਆ, ਤੇ ਉਹ ਆਣ ਕੇ ਆਪਣਾ ਵਰਕ ਪਰਮਿਟ ਜਿਹੜਾ ਉਹ ਅਪਲਾਈ ਕਰ ਦਿੰਦੇ। ਬਹੁਤ ਸਾਰੇ ਲੋਕ ਜਿਹੜੇ ਆ ਇਸ ਤਰੀਕੇ ਨਾਲ ਆ ਰਹੇ ਆ, ਪਰ ਕੁਝ ਜਿਹੜੇ ਹਾਲੇ ਵੀ ਦੂਜੇ ਤਰੀਕੇ ਨਾਲ ਵੀ ਆ ਰਹੇ, ਕੁਝ ਹੋਰ ਵੀ ਖਤਰਨਾਕ ਤਰੀਕੇ ਜਿਹਨੂੰ ਕਹਿ ਸਕਦੇ ਆ। ਕਿਸ਼ਤੀ ਵੀ ਪਿੱਛੇ ਜੇ ਇੱਕ ਹੋਰ ਉਲਟੀ ਆ, ਮਾਲਟਾ ਹਾਲੇ ਸਾਨੂੰ ਭੁੱਲੀ ਨਹੀਂ, ਕਿੰਨੇ ਲੋਕ ਮਰ ਗਏ ਸੀ। ਹੁਣ ਪਿੱਛੇ ਜੇ ਫੇਰ ਇੱਕ ਕਿਸ਼ਤੀ ਜਿਹੜੀ ਆ, ਮੈਂ ਪੜ੍ਹ ਰਿਹਾ ਸੀ ਥੋੜੇ ਦਿਨ ਪਹਿਲਾਂ ਕਿ ਕਿਸ਼ਤੀ ਡੁੱਬੀ ਆ, ਉਹਦੇ 'ਚ ਮੇਰੇ ਖਿਆਲ ਪਤਾ ਨਹੀਂ 38। ਅਸੀਂ ਤਾਂ ਇਹੋ ਅਪੀਲ ਕਰਦੇ ਹਾਂ ਕਿ ਜਿਹੜੇ ਲੋਕ ਬਾਰਡਰ ਟੱਪ ਕੇ ਆਉਂਦੇ, ਚਾਹੇ ਕਿਸੇ ਤਰੀਕੇ ਨਾਲ ਵੀ ਆਉਂਦੇ, ਉਹ ਪਰਹੇਜ਼ ਕਰਨ। ਸਾਨੂੰ ਪਤਾ ਕਿ ਜਿਹੜਾ ਸਿਸਟਮ ਪੰਜਾਬ ਦਾ ਇਸ ਵੇਲੇ ਬਹੁਤ ਚੰਗਾ ਨਹੀਂ ਹੈਗਾ, ਉਸੇ ਕਰਕੇ ਲੋਕ ਜਿਹੜੇ ਆ ਉਹ ਚੰਗੀ ਓਪਰਚੁਨਿਟੀ ਲੈਣ ਲਈ, ਆਪਣਾ ਭਵਿੱਖ ਬਣਾਉਣ ਲਈ ਉਹ ਅਮਰੀਕਾ ਜਾਂ ਕੈਨੇਡਾ 'ਚ ਆਉਂਦੇ ਆ। ਤੇ ਪਰ ਇਹ ਬੜਾ ਖਤਰਨਾਕ ਆ। ਬਹੁਤ ਸਾਰੀਆਂ ਜਾਨਾਂ ਜਿਹੜੀਆਂ ਉਹ ਇਹਨਾਂ ਬਾਰਡਰਾਂ 'ਤੇ ਆਲਰੇਡੀ ਜਾ ਚੁੱਕੀਆਂ। ਉਸ ਕਰਕੇ ਸਾਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਜਿਹੜੇ ਇਹ ਇਨਸੀਡੈਂਟਸ ਹੋ ਰਹੇ ਆ, ਜਿਹੜੇ ਇਹ ਇਨਸੀਡੈਂਟ ਹੋ ਰਹੇ ਰੰਧਾਵਾ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ? ਦੇਖੋ, ਤੁਹਾਡੀ ਇਹਦੇ ਬਾਰੇ ਕੀ ਓਪੀਨੀਅਨ ਆ? ਦੇਖੋ, ਹੁਣ ਸਾਰੇ ਇੰਡੀਆ ਦੇ ਵਿੱਚ ਚਾਹੁੰਦੇ ਆ ਕਿ ਸਾਡਾ ਫਿਊਚਰ ਬ੍ਰਾਈਟ ਹੋਵੇ, ਸਾਨੂੰ ਵੀ ਅਪਰਚੁਨਿਟੀ ਮਿਲੇ। ਹੁਣ ਆਪਾਂ 40 ਸਾਲ ਤੋਂ ਰਹਿ ਰਹੇ ਹਾਂ, ਆਪਾਂ ਵੀ ਕਮਿਊਨਿਟੀ ਦੇ ਵਿੱਚ ਵਿਚਰਦੇ ਹਾਂ, ਸਾਡੇ ਵੱਲ ਦੇਖ ਕੇ ਉਹਨਾਂ ਦਾ ਵੀ ਜੀ ਕਰਦਾ ਕਿ ਅਸੀਂ ਵੀ ਇਸੇ ਹੀ ਵੋਟ ਤੇ ਆਈਏ। ਅਸੀਂ ਜਦੋਂ ਰੋਕਦੇ ਹਾਂ ਨਾ ਇਹਨਾਂ ਨੂੰ, ਨਾ ਲੈ ਤੁਸੀਂ ਆ ਗਏ ਤਾਂ ਸਾਨੂੰ ਰੋਕਦੇ, ਉਹਨਾਂ ਦਾ ਜਵਾਬ ਇਹੋ ਹੁੰਦਾ ਵੀ ਤੁਸੀਂ ਪਹੁੰਚ ਗਏ ਹੋ ਜਾਂ ਕਿਸੇ ਤਰੀਕੇ ਨਾਲ, ਭਾਵੇਂ ਰਿਸ਼ਤੇਦਾਰਾਂ 'ਚ ਆਏ ਹੋ, ਵਿਆਹ ਕਰਾ ਕੇ ਆਏ ਹੋ, ਸਟੱਡੀ ਵੀਜ਼ੇ ਤੇ ਆਏ, ਉਹਨਾਂ ਨੇ ਇਹ ਨਹੀਂ ਦੇਖਣਾ। ਉਹਨਾਂ ਨੇ ਦੇਖਣਾ ਤੁਸੀਂ ਆ ਗਏ ਸਾਨੂੰ ਰੋਕਦੇ, ਉਹ ਲਾਮਾ ਦਿੰਦੇ ਉਲਟਾ। ਇਹ ਚੰਗੀ ਗੱਲ ਨਹੀਂ ਹੈਗੀ। ਉਹਨਾਂ ਨੂੰ ਜਿਹੜਾ ਸਹੀ ਤਰੀਕਾ ਜਿਹੜਾ ਹੈਗਾ ਉਸੇ ਹਿਸਾਬ ਨਾਲ ਆਉਣਾ ਚਾਹੀਦਾ। ਬਹੁਤ ਸਾਰੇ ਇਸ ਵੇਲੇ ਓਪਰਚੁਨਿਟੀਜ਼ ਹੈਗੀਆਂ। ਸਟੂਡੈਂਟ ਵੀਜ਼ਾ ਲੋਕਾਂ ਦੇਖੋ ਨਾ, ਸਟੂਡੈਂਟ ਵੀਜ਼ੇ ਦੇ ਨਾਲ ਆ ਰਹੇ, ਇਹ ਤਾਂ ਬਹੁਤ ਵਧੀਆ ਤਰੀਕਾ ਹੈ। ਆਈਲੈਟ ਕਰਕੇ ਆ ਰਹੇ, ਉਹ ਵੀ ਇੱਕ ਵਧੀਆ ਤਰੀਕਾ। ਬਿਜ਼ਨਸ ਵੀਜ਼ੇ ਦੇ ਨਾਲ ਲੋਕੀ ਆ ਰਹੇ ਆ, ਉਹ ਵੀ ਵਧੀਆ ਤਰੀਕਾ। EB ਵੀਜ਼ਾ ਹੈਗਾ, ਬੜਾ ਵਧੀਆ ਹੈਗਾ। ਉਹ 8 ਲੱਖ 'ਚ ਮੇਰਾ ਖਿਆਲ ਵੀ ਉਹ ਹੈਗਾ। ਤੁਸੀਂ ਇਨਵੈਸਟਮੈਂਟ ਕਰੋ, ਜਿੰਨੇ ਪੈਸੇ ਤੁਸੀਂ ਏਜੰਟ ਨੂੰ ਦਿੰਦੇ ਹੋ, ਇਨਵੈਸਟਮੈਂਟ ਵੀਜ਼ਾ ਨੂੰ ਕਿਉਂ ਨਹੀਂ ਦਿੰਦੇ?
ਜੇ ਦੇਖਿਆ ਜਾਵੇ। ਇਨਵੈਸਟਮੈਂਟ ਵੀਜ਼ਾ ਸਭ ਤੋਂ ਬੈਸਟ ਹੈ ਇਸ ਵੇਲੇ। ਕਿਸੇ ਚੰਗੇ ਅਟਾਰਨੀ ਨਾਲ ਗੱਲ ਕਰੋ, ਉਹਨਾਂ ਨੂੰ ਗੂਗਲ 'ਚ ਲੱਭੋ ਕਿ EB-5 ਵੀਜ਼ਾ ਜਾਂ EB ਵੀਜ਼ਾ ਜਾਂ E ਵੀਜ਼ਾ ਇਹ ਕੌਣ ਇੱਥੇ ਕਰਦਾ, L1 ਵੀਜ਼ਾ ਹੈਗਾ, ਇਹ ਸਾਰੇ ਇੱਕ ਬਿਜ਼ਨਸ ਵੀਜ਼ੇ ਆ ਜਾਂ ਹੈ ਨਾ, ਉਹਦੇ ਹਿਸਾਬ ਨਾਲ Actually, ਫਿਰ ਇਹ ਜਿਹੜੀਆਂ ਅਵੇਲੇਬਿਲਿਟੀਜ਼ ਆ ਨਾ, ਇਹ ਬਹੁਤ ਸਾਰੇ ਜਿਹੜੇ ਲੋਕੀ ਪੜ੍ਹੇ ਲਿਖੇ ਨਹੀਂ ਹੈਗੇ, ਫਿਰ ਉਹਨਾਂ ਨੂੰ ਕੋਲ ਆਪਸ਼ਨ ਨਹੀਂ ਰਹਿ ਜਾਂਦਾ। ਫਿਰ ਆ ਜਿਹੜੇ ਆ ਨਾ ਵੀਜ਼ੇ, ਤੇ ਮੇਰੇ ਹਿਸਾਬ ਦੇ ਨਾਲ ਉਹਨਾਂ ਕੋਲ ਆਪਸ਼ਨ ਨਹੀਂ ਕਰਕੇ ਫਿਰ ਉਹ ਏਜੰਟਾਂ ਰਾਹੀਂ ਇਸ ਕੰਮਾਂ 'ਚ ਫਸ ਜਾਂਦੇ। ਹੁਣ ਜਿਹੜਾ ਯੰਗ ਬਲੱਡ ਹੀ ਜ਼ਿਆਦਾ ਜਿਹੜਾ ਉਹ ਬਾਰਡਰ ਟੱਪ ਕੇ ਆ ਰਿਹਾ, ਯੰਗ ਬਲੱਡ ਕਿਉਂ ਨਹੀਂ ਪੜ੍ਹਾਈ ਵੱਲ ਧਿਆਨ ਦਿੰਦੇ? ਉਹ ਤੁਸੀਂ 10+2 ਕਰਕੇ ਤੇ ਆਪਣੇ ਉੱਥੇ ਅਪਲਾਈ ਕਰੋ ਯੂਨੀਵਰਸਿਟੀ ਕਿਸੇ 'ਚ ਵੀ, ਤੁਹਾਨੂੰ ਵੀਜ਼ਾ ਮਿਲਦਾ, ਤੁਸੀਂ ਉਹ ਕਿਉਂ ਨਹੀਂ ਕਰਦੇ? ਪੜ੍ਹਾਈ ਵੱਲ ਧਿਆਨ ਨਹੀਂ ਕਰਨਾ, ਸਹੀ ਹੈ, ਪੜ੍ਹਾਈ ਵੱਲ ਰਿਸਕ ਲੈਣਾ ਜਾਣ ਦਾ। ਬਿਲਕੁਲ, ਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਪੜ੍ਹਾਈ ਵੱਲ ਧਿਆਨ ਦਿਓ, ਵਧੀਆ ਐਜੂਕੇਸ਼ਨ ਲਓ, ਤੇ ਫਿਰ ਤੁਹਾਡਾ ਜਿਹੜੇ ਟੈਸਟ ਸਕੋਰ ਵਧੀਆ ਆਉਣਗੇ ਤੇ ਤੁਹਾਨੂੰ ਵੀਜ਼ਾ ਬਿਲਕੁਲ ਲੱਗੇਗਾ। ਉਹਨਾਂ ਨੂੰ ਪੇਰੈਂਟਸ ਨੂੰ ਚਾਹੀਦਾ ਕਿ ਉਹ ਉਹਨਾਂ ਦਾ ਬੇਸਿਕ ਆ ਜਿਹੜਾ ਉਦੋਂ ਦਾ ਧਿਆਨ ਰੱਖਣ, ਉਹਨਾਂ ਨੂੰ ਸ਼ੁਰੂ ਤੋਂ ਜਿਹੜਾ ਇੰਗਲਿਸ਼ ਜਿਹੜੀ ਆ ਸਿਖਾਉਣੀ ਸ਼ੁਰੂ ਕਰਨ, ਤਾਂ ਕਿ ਜਦੋਂ ਉਹਨਾਂ ਦੀ ਇੰਟਰਵਿਊ ਹੋਵੇ ਉਹ ਘੱਟੋ ਘੱਟ ਇੰਗਲਿਸ਼ 'ਚ ਆਪਣੀ ਇੰਟਰਵਿਊ ਦਾ ਦੇ ਸਕਣ, ਕਿਉਂਕਿ ਮੇਨ ਗੱਲ ਤਾਂ ਇੰਟਰਵਿਊ ਦੀ ਹੁੰਦੀ ਹੈ। ਸਾਡੇ ਲਈ ਬੜੀ ਦੁੱਖ ਦੀ ਗੱਲ ਹੈ ਕਿ ਬਹੁਤ ਸਾਰੇ ਲੋਕੀ ਜਿਹੜੇ ਇਦਾਂ ਆਉਂਦੇ ਆ, ਬਾਅਦ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਦਾ ਹਿੱਸਾ ਬਣ ਜਾਂਦੇ ਆ, ਤੇ ਆਉਂਦੇ ਕਿਸ ਚਾਹ ਦੇ ਨਾਲ ਆ ਤੇ ਜਾਂਦੇ ਕਿਸ ਚਾਹ ਦੇ ਨਾਲ, ਪਿੱਛੇ ਜਿਹੜੇ ਰਹਿ ਜਾਂਦੇ ਉਹਨਾਂ ਦਾ ਕੀ ਹਾਲ ਹੁੰਦਾ। ਜੀ ਬਿਲਕੁਲ। ਮੇਰੇ ਕੋਲੇ ਘੱਟ ਤੋਂ ਘੱਟ ਮੇਰੇ ਖਿਆਲ 40-50 ਐਗਜ਼ਾਮਪਲ ਹੋਣਗੇ। ਇੱਕ ਵਾਰੀ ਜਹਾਜ਼ ਭਰ ਕੇ ਮੇਰੇ ਖਿਆਲ ਇਹਨਾਂ ਨੇ 400-500 ਬੰਦਿਆਂ ਦਾ ਵਾਪਸ ਕੀਤਾ, ਕਿਉਂਕਿ ਬਹੁਤ ਸਾਰੇ ਲੋਕੀ ਆਏ ਇੱਥੇ, ਉਹਨਾਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤਾ, ਪਰ ਉਹਨਾਂ ਦਾ ਉਸ ਟਾਈਮ ਅਪਰੂਵ ਨਹੀਂ ਹੋਇਆ। ਮੈਨੂੰ ਲੱਗਦਾ ਕਿ 300-400 ਬੰਦਾ ਉਹਨਾਂ ਨੇ ਇੱਕੋ ਜਹਾਜ਼ 'ਚ ਪਾ ਕੇ ਵਾਪਸ ਭੇਜ ਦਿੱਤਾ। ਜੀ ਹੁਣ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ, ਵਰਕ ਪਰਮਿਟ ਵਿਚਾਰੇ ਉਹਨਾਂ ਕੋਲ ਹੈਗੇ ਆ, 10-10 ਸਾਲ ਹੋ ਗਏ, ਉਹਨਾਂ ਦੇ ਪੇਪਰ ਜਿਹੜੇ ਆ ਉਹ ਕੰਪਲੀਟ ਨਹੀਂ ਹੋਏ, ਨਾ ਉਹਨਾਂ ਨੂੰ PR ਮਿਲੀ ਆ, ਗ੍ਰੀਨ ਕਾਰਡ ਕੁਛ ਨਹੀਂ, ਤੇ ਉਹ ਵਰਕ ਪਰਮਿਟ 'ਤੇ ਕੰਮ ਕਰੀ ਜਾਂਦੇ। ਬਹੁਤ ਮਾੜੀ ਗੱਲ। ਚਲੋ ਫਿਰ ਵੀ ਮੈਂ ਕਹਿੰਦਾ ਕਿ ਤੁਸੀਂ ਵਧੀਆ ਕੰਟਰੀ 'ਚ ਆ ਗਏ ਆ, ਤੁਹਾਨੂੰ ਅਪਰਚੂਨਿਟੀ ਮਿਲ ਗਈ ਹੈ। 10 ਸਾਲ ਵੀ ਬਹੁਤ ਬੜਾ ਲੰਬਾ ਟਾਈਮ ਹੁੰਦਾ। ਵੱਡੀ ਗੱਲ ਇਹ ਆ, ਜਿਨ੍ਹਾਂ ਨੇ ਇਹ ਬਹੁਤੇ ਜਿਹੜੇ ਇੰਡੀਆ 'ਚ ਬੰਦੇ ਰਹਿੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਜੇ ਤੁਸੀਂ ਪੋਲੀਟੀਕਲ ਅਸਾਈਲਮ ਲੈਂਦੇ ਆ, ਤੁਸੀਂ ਆਪਣੇ ਕੰਟਰੀ ਨਹੀਂ ਜਾ ਸਕਦੇ, ਨਹੀਂ ਜਾ ਸਕਦੇ, ਇਹ ਵੀ ਨਾਲ ਆ, ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ। ਉਸ ਕਰਕੇ ਇਹ ਰਿਸਕ ਨਾ ਲਓ, ਤੇ ਆਪਣੇ ਥਰੂ ਪ੍ਰੋਪਰ ਚੈਨਲ ਜਿਹੜਾ ਇੱਕ ਕਾਨੂੰਨ ਬਣਿਆ ਹੋਇਆ, ਜਿਹੜਾ ਹੋਰ ਤਰੀਕਿਆਂ ਦਾ, ਵਧੀਆ ਤਰੀਕਿਆਂ ਦਾ, ਉਸ ਹਿਸਾਬ ਨਾਲ ਜਿਹੜਾ ਉਹ ਤੁਸੀਂ ਅਮਰੀਕਾ 'ਚ ਆਉਣ ਦੀ ਕੋਸ਼ਿਸ਼ ਕਰੋ। ਸਹੀ ਗੱਲ ਹੈ ਰੰਧਾਵਾ ਸਾਹਿਬ। ਤੇ ਇਸ ਤੋਂ ਬਾਅਦ ਆਪਣੀ ਇਲੈਕਸ਼ਨਾਂ ਦੀ ਗੱਲ ਤੋਂ ਬਾਅਦ ਹੁਣ ਤੁਸੀਂ ਕਿਹੜੀ ਗੱਲ ਕਰਨੀ ਚਾਹੋਗੇ? ਗੱਲ ਤੇ ਘਟਨਾਵਾਂ ਹੀ ਹੈਗੀਆਂ। ਤੁਹਾਨੂੰ ਆਪਾਂ ਹੁਣ ਇੱਕ ਸ਼ੇਅਰ ਕੀਤੀ ਆ ਕਿ ਬਹੁਤ ਸਾਰੇ ਲੋਕ ਜਿਹੜੇ ਬਾਰਡਰਾਂ ਤੇ ਫੜੇ ਜਾ ਰਹੇ ਆ ਜਾਂ ਮਾਰੇ ਜਾ ਰਹੇ ਆ, ਉਹ ਹੋਣਾ ਚਾਹੀਦਾ। ਸਿੱਖਾਂ ਦਾ ਜਿਹੜਾ ਇਸ ਵੇਲੇ ਥੋੜਾ ਜਿਹਾ ਹੋਰ ਮਿਸਆਈਡੈਂਟੀਟੀ ਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਇਹ ਤਾਜ਼ੀਆਂ ਘਟਨਾਵਾਂ ਵੀ ਹੋਈਆਂ। ਇੱਕ ਬਜ਼ੁਰਗ ਹੁਣ ਜਿਵੇਂ ਕਹਿੰਦੇ ਹੁੰਦੇ ਕਲੋਜ਼ਿੰਗ ਸਟੇਟਮੈਂਟ ਦੱਸੋ, ਕਿਉਂਕਿ ਆਪਣਾ ਵੀ ਥੋੜਾ ਟਾਈਮ ਲਿਮਿਟਡ ਆ। ਤੇ ਪਿੱਛੇ ਜੇ ਇੱਕ ਹੋਰ ਸਿੱਖ ਬਜ਼ੁਰਗ ਨੂੰ ਜਿਹੜਾ ਉਹ ਮਾਰਕੁੱਟ ਕੀਤੀ ਗਈ, ਉਹਨਾਂ ਨੇ ਵੀ ਮੁਕਾਬਲਾ ਕੀਤਾ, ਪਰ ਉਹ ਖੁਦ ਜ਼ਖਮੀ ਹੋ ਗਏ। ਹੇਟ ਕ੍ਰਾਈਮ ਦਾ ਉਮੀਦ ਆ ਕਿ ਕੇਸ ਉਹ ਦਰਜ ਹੋ ਜਾਊਗਾ। ਇਸ ਤੋਂ ਪਹਿਲਾਂ ਵੀ ਨਿਊਯਾਰਕ ਵਿੱਚ ਵੀ ਥੋੜ੍ਹੇ ਦਿਨ ਪਹਿਲਾਂ ਵੀ ਇੱਕ ਇਸ ਤਰ੍ਹਾਂ ਹੀ ਗੁਰਦੁਆਰੇ ਦੇ ਬਾਹਰ ਹੋਇਆ ਸੀ, ਉਹ ਕੈਨੇਡਾ ਤੋਂ ਬਜ਼ੁਰਗ ਆਏ ਸੀ, ਉਦੋਂ ਵੀ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਸੀ। ਕੁਛ ਨਾ ਕੁਛ ਇਹ ਘਟਨਾਵਾਂ ਚੱਲਦੀਆਂ ਰਹਿੰਦੀਆਂ। ਆਫਟਰ ਆਲ ਗੱਲ ਇਹੋ ਕਰਦੇ ਆ ਕਿ ਜੇ ਇਹਨਾਂ ਘਟਨਾਵਾਂ ਤੋਂ ਬਚਣਾ, ਸਾਨੂੰ ਆਪਣੇ ਜਿਹੜੇ ਤੌਰ ਤਰੀਕੇ ਆ ਉਹ ਬਦਲਣੇ ਪੈਣਗੇ। ਪੋਲਿਟਿਕਸ ਦੇ ਨਾਲ ਨਾਲ ਸਾਨੂੰ ਇੱਥੋਂ ਦੀਆਂ ਖੇਡਾਂ, ਜੇ ਇੱਕ ਬੱਚਾ ਸਾਡਾ ਕੋਈ ਪਟਕੇ ਵਾਲਾ ਹੋਵੇ, ਪਟਕਾ ਹੀ ਬਣ ਸਕਦਾ, ਖੇਡਣ ਲੱਗਿਆ ਪੱਗ ਦਾ ਦਸਤਾਰ ਤਾਂ ਸਜਾਈ ਨਹੀਂ ਸਕਦੀ। ਹਾਂਜੀ, ਉਹ ਜੇ ਇੱਕ ਨੈਸ਼ਨਲ ਗੇਮ ਖੇਡਦਾ ਹੋਊਗਾ, ਕਿੰਨੇ ਨੈਸ਼ਨਲ ਚੈਨਲ ਆ, ਉਹ ਸਾਰੇ ਉਹਨੂੰ ਦਿਖਾਉਣਗੇ ਤੇ ਬੜੀ ਵੱਡੀ ਸਾਡੀ ਪ੍ਰਾਪਤੀ ਹੋਊਗੀ। ਬਿਲਕੁਲ ਜੀ, ਬਿਲਕੁਲ ਜੀ, ਸਭ ਤੋਂ ਵਧੀਆ ਐਡਵਰਟਾਈਜ਼ਮੈਂਟ। ਹੁਣ ਸਾਡੇ ਕੋਲੇ ਆਹ ਟਾਈਮ ਆ ਜੀ ਬੈਲਟ ਭਰਨ ਦਾ, ਬੈਲਟ ਭਰੋ, ਆਪਣੇ ਆਪ ਨੂੰ ਆਇਡੈਂਟੀਫਾਈ ਕਰੋ, ਤੇ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਕਾਨਫੀਡੈਂਸ ਲੈਵਲ ਦਿਓ, ਬੇਟਾ ਤੂੰ ਗਾਹਾਂ ਜਾ ਕੇ ਤੂੰ ਸਿਟੀ ਦੇ ਵਿੱਚ ਇਲੈਕਸ਼ਨ ਲੜ। ਉਹਨਾਂ ਨੂੰ ਅੰਡਰ ਐਸਟੀਮੇਟ ਨਾ ਕਰਨ ਦਿਓ। ਬਹੁਤ ਸਾਰੇ ਬੱਚਿਆਂ ਨੂੰ ਪੇਰੈਂਟਸ ਅੰਡਰ ਐਸਟੀਮੇਟ ਕਰਦੇ, ਯਾਰ ਤੈਨੂੰ ਕੌਣ ਜਾਣਦਾ, ਨਹੀਂ ਇਦਾਂ ਨਹੀਂ, ਬਿਲਕੁਲ ਬੱਚਿਆਂ ਨੂੰ ਨਾ ਕਹੋ, ਉਹਨਾਂ ਨੂੰ ਕਹੋ ਤੈਨੂੰ ਸਾਰੇ ਜਾਣਦੇ ਆ। ਜੀ ਬਿਲਕੁਲ। ਜਦ ਤੁਸੀਂ ਬੱਚਿਆਂ ਦਾ ਉਤਸ਼ਾਹ ਵਧਾਓਗੇ, ਤੁਹਾਡੇ ਬੱਚੇ ਵੱਧ ਚੜ੍ਹ ਹਿੱਸਾ ਲੈਣਗੇ। ਚਾਹੇ ਪਹਿਲਾਂ ਉਹਨਾਂ ਨੂੰ ਸਕੂਲਾਂ 'ਚ ਸ਼ੁਰੂ ਕਰੋ, ਜਿਹੜੇ ASB ਇਲੈਕਸ਼ਨ ਹੁੰਦੇ, ਟ੍ਰੈਜਰਰ ਇਲੈਕਸ਼ਨ ਹੁੰਦੇ ਆ, ਉਹਨਾਂ ਨੂੰ ਉਸ ਹਿਸਾਬ ਦੇ ਨਾਲ ਟ੍ਰੇਨਿੰਗ ਦਿਓ ਕਿ ਹਾਂ ਬੇਟਾ ਤੂੰ ਬੈਟਰ ਕਰ ਸਕਦਾ। ਜੀ ਬਹੁਤ ਵਰਕ ਜੀ, ਤੁਸੀਂ ਅੱਜ ਬਹੁਤ ਵਧੀਆ ਸਾਡੇ ਨਾਲ ਡਿਸਕਸ਼ਨ ਕੀਤੀ, ਤੇ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਤੁਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਆਪਣੇ ਇੱਥੇ ਆਉਂਦੇ ਰਹੋਗੇ। ਸਾਨੂੰ ਪਤਾ ਕਿ ਬੜੀ ਦੂਰ ਹੋ, ਬੇਕਰਸਫੀਲਡ ਤੋਂ ਜੇ ਬਾਈ ਰੋਡ ਹੀ ਆਉਣਾ ਹੋਵੇ ਤੇ 4-4.5 ਘੰਟੇ ਐਲਕ ਗਰੋਵ ਸੈਕਰਾਮੈਂਟੋ ਨੂੰ ਲੱਗ ਜਾਂਦੇ, ਜਿੱਥੇ ਸਾਡਾ ਪੰਜਾਬ ਮੇਲ ਦਾ ਸਟੂਡੀਓ ਆ। ਦੋਸਤੋ, ਅੱਜ ਅਸੀਂ ਜਿਹੜੀ ਡਿਸਕਸ਼ਨ ਕੀਤੀ ਆ, ਸਾਡਾ ਮੇਨ ਮੁੱਦਾ ਸੀ ਜਿਹੜੀਆਂ ਚੋਣਾਂ, ਇਲੈਕਸ਼ਨਾਂ ਜਿਹੜੀਆਂ ਆ ਰਹੀਆਂ, ਉਹਦੇ ਬੈਲਟ ਪੇਪਰ ਜਿਹੜੇ ਆ ਤੁਹਾਡੇ ਕੋਲ ਪਹੁੰਚ ਚੁੱਕੇ ਆ, ਤੁਹਾਡੇ ਘਰਾਂ ਵਿੱਚ ਆ ਚੁੱਕੇ ਆ। ਉਹਨੂੰ ਮਿਸ ਨਾ ਕਰਿਓ। ਆਪਣੇ ਮਨਪਸੰਦ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਜ਼ਰੂਰ
ਉੱਥੋਂ ਟਿਕ ਕਰਕੇ ਬਿਨਾਂ ਟਿਕਟ ਤੋਂ ਜਿਹੜੇ ਲਿਫਾਫੇ ਉਹਨਾਂ ਨਾਲ ਭੇਜੇ ਆ ਉਹਦੇ ਵਿੱਚ ਪਾ ਕੇ ਉਹ ਭੇਜੋ, ਜਾਂ ਤੁਹਾਡੇ ਜਿਹੜੇ ਨਾਲ ਕਿਤੇ ਸਿਟੀ ਆਫਿਸ ਆ ਉੱਥੇ ਦੇ ਕੇ ਆਓ, ਜਾਂ ਬੈਲਟ ਜੇ ਨਹੀਂ ਤੁਸੀਂ ਇਦਾਂ ਕਰ ਸਕਦੇ, ਤੁਸੀਂ ਹੈਲਪ ਲੈਣੀ ਚਾਹੁੰਦੇ ਹੋ ਤੇ ਜਿਹੜਾ 7 ਤਰੀਕ ਨੂੰ ਬੂਥ ਲੱਗਣਗੇ ਉਦੋਂ ਵੀ ਜ਼ਰੂਰ ਜਾ ਕੇ ਤੁਸੀਂ ਆਪਣੀ ਵੋਟ ਪਾ ਸਕਦੇ ਹੋ। ਉਦੋਂ ਵੀ ਨਹੀਂ, ਮਤਲਬ ਇਹ ਜਾਂ ਉੱਥੇ ਪਾ ਸਕਦੇ ਜਾਂ ਜਿਹੜੇ ਘਰ ਤੁਹਾਨੂੰ ਪੇਪਰ ਆਏ ਆ ਉਹ ਪਾ ਸਕਦੇ ਹੋ। ਬਹੁਤ ਸਾਰੇ ਹੋਰ ਵੀ ਸਵਾਲ ਸੀ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਆ। ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਇਨਵਾਈਟ ਭੇਜਿਆ, ਸਾਡੇ ਵਿਚਾਰ ਆਪਣੇ ਸਾਰੇ ਸਰੋਤਿਆਂ ਦੇ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ। ਪੰਜਾਬ ਮੇਲ, USA TV ਤੇ ਤੁਸੀਂ ਵਧੀਆ ਤਰੀਕੇ ਨਾਲ ਉਹਨੂੰ ਚਲਾ ਰਹੇ ਆ। ਮੈਂ ਤੁਹਾਡੇ ਸਾਰੇ ਪ੍ਰੋਗਰਾਮ ਵਾਚ ਕਰਦਾ ਹੁੰਦਾ। ਥੈਂਕ ਯੂ ਸੋ ਮਚ। ਥੈਂਕ ਯੂ ਵੈਰੀ ਮਚ।